ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਜਿਹੜੀ ਵੀਡੀਓ ਵੀ ਪਾਈ ਹੋਈ ਸੀ ਇੱਕ ਨਿੱਜੀ ਚੈਨਲ ਨੂੰ ਐਡ ਦਿੱਤੀ ਹੋਈ, ਤੁਸੀਂ ਕਿਹਾ ਸੀ ਕਿ ਇਹ ਦੋਹਰੇ ਮਾਪਦੰਡ ਨੇ। ਉਹ ਤਾਂ ਫਿਰ ਮੈਂ ਸਿਰਫ ਇੱਕ ਥੋੜ੍ਹਾ ਜਿਹਾ ਇੱਕ ਕੀ ਕਹਿੰਦੇ ਇੱਕ ਚਿਹਰਾ ਬੇਨਕਾਬ ਕੀਤਾ। ਇੱਕ ਪਾਸੇ ਤੁਸੀਂ ਅਕਾਲੀ ਦਲ ਨੂੰ ਨਿੱਤ ਦਿਨ ਗਾਲਾਂ ਕੱਢਦੇ ਪੰਜਾਬ 'ਚ ਬਾਦਲਾਂ ਨੂੰ, ਦੂਜੇ ਪਾਸੇ ਦਿੱਲੀ ਦੀ ਸਰਕਾਰ ਨੇ ਪੀਟੀਸੀ ਚੈਨਲ ਨੂੰ ਖਰੇ ਇੱਕ ਦਿਨ 'ਚ ਮੈਨੂੰ ਲੱਗਦਾ 40-50 ਵਾਰੀ ਐਡ ਚੱਲਦੀ ਕੇਜਰੀਵਾਲ ਦੀ। ਬਾਕੀ ਕਿਸੇ ਮੀਡੀਆ ਨੂੰ ਉਹਨਾਂ ਨੇ ਉਹ ਐਡ ਨਹੀਂ ਦਿੱਤੀ ਹੋਈ। ਚੁਣ ਕੇ ਪੀਟੀਸੀ ਚੈਨਲ ਨੂੰ, ਬਾਦਲਾਂ ਦੇ ਚੈਨਲ ਨੂੰ ਐਡ ਦਿੰਦੇ ਨੇ, ਉੱਦਾਂ ਇੱਥੇ ਗਾਣਾ ਕੱਢਦੇ ਨੇ। ਬੇਸ਼ੱਕ ਇੱਥੇ ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਗ੍ਰਾਮ ਸਭਾ ਦੇ ਮਤੇ ਪਾਉਣ ਦੀ ਗੱਲ ਕੀਤੀ ਜਾ ਰਹੀ ਹੋਵੇ, ਪਰ ਉਹਨਾਂ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਉਹਨਾਂ ਦੇ ਵੱਲੋਂ ਉੱਥੇ ਕੁਝ ਨਹੀਂ ਕੀਤਾ ਜਾ ਰਿਹਾ। ਇਹ ਕਿਹੋ ਜਿਹੀ ਦੋਹਰੀ ਸਿਆਸਤ ਹੈ? 15 ਦਿਨ ਬਾਅਦ ਆਪਾਂ ਇਹਨਾਂ ਨੂੰ ਪੁੱਛੋ ਕਿ ਸੋਸ਼ਲ ਮੀਡੀਆ ਦੇ ਆਪਣੇ ਪੇਜ ਤੇ ਨਾ ਜਿੰਨੇ ਗ੍ਰਾਮ ਸਭਾ ਪਿੰਡਾਂ ਨੇ ਮਤੇ ਪਾਏ ਨੇ ਉਹਨਾਂ ਦੇ ਨਾਮ ਦੇ ਦੇਣ। ਕੇਜਰੀਵਾਲ ਦਿੱਲੀ 'ਚ ਬੈਠੇ ਨੇ, ਉਹਨਾਂ ਨੇ ਅੱਜ ਤੱਕ ਕੋਈ ਡਟ ਕੇ ਇਸ ਕਾਨੂੰਨ ਦਾ ਬਾਹਰ ਨਿਕਲ ਕੇ ਕੋਈ ਵਿਰੋਧ ਨਹੀਂ ਕੀਤਾ। ਦਿੱਲੀ 'ਚ ਬੈਠੇ ਨੇ ਨਾ, ਸਰਕਾਰ ਹੈ ਇਹਨਾਂ ਦੀ ਆਫਟਰ ਆਲ ਉੱਥੇ ਵੀ। ਸੋ ਮੈਂ ਇਹਨਾਂ ਨੂੰ ਉਸ ਤਾਈਓ ਲੋਕਾਂ ਨੇ ਇਹਨਾਂ ਨੂੰ ਵੀ ਉਸ ਕੈਟੇਗਰੀ 'ਚ ਪਾਤਾ। ਆਮ ਆਦਮੀ ਪਾਰਟੀ ਅੱਜ ਦੀ ਡੇਟ 'ਚ ਉਹਦਾ ਜਿਹੜਾ ਤਰੀਕੇਕਾਰ ਹੈ ਪਾਰਟੀ ਚਲਾਉਣ ਦਾ, ਇਟ ਇਜ਼ ਨੋ ਡਿਫਰੈਂਟ ਫਰੋਮ ਦੀ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼। ਕਾਂਗਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੱਲ੍ਹ ਨੂੰ ਰਾਹੁਲ ਗਾਂਧੀ ਜਿਹੜੇ ਹੈਗੇ ਆ ਇੱਥੇ ਆ ਰਹੇ ਨੇ ਪੰਜਾਬ, ਕਹਿੰਦੇ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਟਰੈਕਟਰ ਮਾਰਚ ਕਰਨਗੇ, ਪਰ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨ ਇੱਥੋਂ ਦਿੱਲੀ ਜਾਣਾ ਚਾਹੁੰਦੇ ਨੇ। ਰਾਹੁਲ ਗਾਂਧੀ ਉਹੀ ਟਰੈਕਟਰ ਮਾਰਚ ਕਰਨ ਦੇ ਲਈ ਪੰਜਾਬ ਆ ਰਹੇ ਨੇ। ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਹਨੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨ ਦੇ ਖਿਲਾਫ ਪੰਜਾਬ ਦੀ ਸਿਆਸਤ ਬੜੀ ਗਰਮਾਈ ਹੋਈ ਹੈ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ, ਗਾਇਕਾਂ ਦੇ ਵੱਲੋਂ ਤੇ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਢੇ ਗਏ ਨੇ। ਸਵਾਲ ਇਹੀ ਹੈ ਕਿ ਇਹ ਸੰਘਰਸ਼ ਇਹਨਾਂ ਖੇਤੀ ਕਾਨੂੰਨ ਬਿੱਲਾਂ ਨੂੰ ਵਾਪਸ ਲੈਣ ਦੇ ਵਿੱਚ ਸਹਾਈ ਹੋਣਗੇ ਜਾਂ ਨਹੀਂ। ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ, ਜੋ ਕਿ ਪੰਜਾਬ ਦਾ ਹਰ ਇੱਕ ਮੁੱਦਾ ਜਿਹੜਾ ਹੈਗਾ ਬੜਾ ਸੰਜੀਦਗੀ ਦੇ ਨਾਲ ਚੁੱਕਦੇ ਨੇ। ਉਹਨਾਂ ਨਾਲ ਇਸ ਮਸਲੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਖਹਿਰਾ ਸਾਹਿਬ, ਸਵਾਗਤ ਹੈ। ਬਹੁਤ ਸ਼ੁਕਰੀਆ, ਸਾਰਿਆਂ ਨੂੰ ਮੇਰੀ ਫਤਿਹ ਜੀ। ਖਹਿਰਾ ਸਾਹਿਬ, ਸੰਘਰਸ਼ ਵੱਡੇ ਪੱਧਰ ਤੇ ਜਿਹੜੇ ਚੁੱਕੇ ਗਏ ਨੇ, ਕੀਤੇ ਜਾ ਰਹੇ ਨੇ ਗਾਇਕਾਂ ਦੇ ਵੱਲੋਂ ਵੀ, ਤਕਰੀਬਨ ਪੂਰਾ ਪੰਜਾਬ ਹੀ ਇਕਜੁੱਟ ਹੋ ਚੁੱਕਿਆ। ਕੀ ਲੱਗਦਾ ਤੁਹਾਨੂੰ ਕਿ ਇਹ ਬਿੱਲ ਵਾਪਸ ਹੋ ਸਕਣਗੇ? ਬਿਲਕੁਲ। ਜਮਹੂਰੀਅਤ ਵਿੱਚ ਜਦੋਂ ਸਰਕਾਰਾਂ ਕੋਈ ਇੱਦਾਂ ਦੇ ਕਾਲੇ ਕਾਨੂੰਨ ਬਣਾ ਕੇ ਥੋਪਦੀਆਂ ਨੇ, ਉਹਦੇ 'ਚ ਫਿਰ ਲੋਕਾਂ ਦੇ ਕੋਲ ਹੋਰ ਕੋਈ ਰਾਹ ਨਹੀਂਗਾ। ਅੱਜ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਸਿਆਸੀ, ਇਹ ਇਸ ਪਿੜ ਵਿੱਚ ਫੇਲ ਹੋ ਚੁੱਕੀਆਂ ਨੇ। ਕਿਉਂਕਿ ਦੇਖੋ, ਭਾਵੇਂ ਆਪਾਂ ਕੁਝ ਕਹੀ ਜਾਈਏ, ਅਕਾਲੀ ਦਲ ਉਸੇ ਸਰਕਾਰ ਦਾ 23-24 ਸਾਲ ਹਿੱਸਾ ਉਸ ਪਾਰਟੀ ਦੇ ਗੱਠ ਜੋੜਦੇ ਰਹੇ ਨੇ। ਇਹਦਾ ਮਤਲਬ ਹੈ ਕਿ ਪਿਛਲੇ 23-24 ਸਾਲਾਂ ਦੇ ਵਿੱਚ ਉਹ ਇਹਨਾਂ ਦੀ ਨੀਤੀ ਨਹੀਂ ਸਮਝ ਸਕੇ ਕਿ ਬੀਜੇਪੀ ਦਾ ਕਿਸਾਨਾਂ ਦੇ ਪ੍ਰਤੀ ਕੀ ਰਵੱਈਆ ਵਾ। ਕਾਂਗਰਸ ਓਪੋਜੀਸ਼ਨ ਦੇ ਵਜੋਂ ਦੇਸ਼ ਵਿੱਚ ਬੀਜੇਪੀ ਦੇ ਇਸ ਕਾਲੇ ਕਾਨੂੰਨਾਂ ਨੂੰ ਰੋਕ ਨਹੀਂ ਪਾ ਰਹੀ। ਸੂਬੇ ਦੇ ਵਿੱਚ ਜੋ ਉਹਨਾਂ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕਰਨਾ ਚਾਹੀਦਾ, ਉਹ ਉਸ ਤੋਂ ਇਲਾਵਾ ਬਾਹਰ ਨਿਕਲ ਕੇ ਆਪਣਾ ਰੋਸ ਮੁਜ਼ਾਹਰਾ ਕਰ ਰਹੀਆਂ। ਜਿਹੜਾ ਪੋਲੀਟੀਕਲ ਪਾਰਟੀਆਂ ਨੇ ਜੋ ਕੁਝ ਵੀ ਉਹ ਪਿਛਲੇ ਦਿਨਾਂ 'ਚ ਕਰ ਰਹੀਆਂ ਨੇ, ਉਹ ਆਮ ਜਿਹੜਾ ਜਨਤਾ ਜਾਂ ਆਮ ਜਿਹੜਾ ਆਦਮੀ ਉਹ ਸਮਝ ਪਾ ਰਿਹਾ ਵਾ ਕਿ ਇਹਨਾਂ ਦਾ ਜਿਹੜਾ ਜੋ ਵੀ ਇਹ ਘਟਨਾਕ੍ਰਮ ਕਰ ਰਹੇ ਨੇ, ਇਹ ਸਿਆਸਤ ਤੋਂ ਪ੍ਰੇਰਿਤ ਹੈ। ਅਸਲ ਜਿਹੜਾ ਸੰਘਰਸ਼ ਹੈਗਾ ਉਹ ਕਿਸਾਨ ਜਥੇਬੰਦੀਆਂ ਨੇ ਤੇ ਆਮ ਜਨਤਾ ਨੇ ਆਪ ਮੁਹਾਰੇ ਆਣ ਕੇ ਕੀਤਾ ਵਾ। ਜਮਹੂਰੀਅਤ ਵਿੱਚ ਪ੍ਰੋਟੈਸਟ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ। ਔਰ ਮੈਨੂੰ ਲੱਗਦਾ ਵਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪ੍ਰੈਸ਼ਰ ਬਿਲਡ ਹੋਇਆ, ਔਰ ਪੰਜਾਬ ਨੂੰ ਦੇਖ ਕੇ ਹੁਣ ਹਰਿਆਣਾ ਤੇ ਹੁਣ ਈਵਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕਾ, ਇਹ ਅੱਗ ਤਕਰੀਬਨ ਸਾਰੇ ਦੇਸ਼ ਵਿੱਚ ਫੈਲ ਗਈ ਹੈ। ਤੇ ਜੋ ਉੱਦਾਂ ਜਿੱਦ ਕਰਨੀ ਬੀਜੇਪੀ ਨੇ ਤਾਂ ਕਰੀ ਜਾਣ, ਪਰ ਜੇ ਜਮਹੂਰੀਅਤ ਦਾ ਜਿਹੜਾ ਮੁੱਢਲਾ ਅਸੂਲ ਹੈ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਕੰਮ ਕਰਨਾ ਸਰਕਾਰਾਂ ਨੇ, ਫਿਰ ਉਹਨਾਂ ਨੂੰ ਇਹ ਕਾਨੂੰਨ ਵਾਪਸ ਲੈ ਲੈਣਾ ਚਾਹੀਦਾ। ਜਦ ਲੋਕ ਕਹਿੰਦੇ ਸਾਨੂੰ ਪ੍ਰਵਾਨ ਨਹੀਂਗਾ ਤੇ ਚੰਦ ਬੰਦੇ ਦਿੱਲੀ ਵਿੱਚ ਬੈਠ ਕੇ ਕਹਿਣ ਕਿ ਨਹੀਂ ਇਹ ਕਾਨੂੰਨ ਤੁਹਾਡੇ ਵਾਸਤੇ ਚੰਗਾ ਵਾ, ਤਾਂ ਇਹ ਮੈਂ ਸਮਝਦਾ ਤਾਨਾਸ਼ਾਹੀ ਹੁੰਦੀ ਹੈ, ਫਿਰ ਲੋਕਤੰਤਰ ਨਹੀਂਗਾ। ਅਕਾਲੀ ਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹਨਾਂ ਨੇ ਪ੍ਰੈਸ਼ਰ ਬਣਾਉਣ ਦੇ ਲਈ ਮੋਦੀ ਸਰਕਾਰ ਦੇ ਉੱਪਰ ਪਹਿਲਾਂ ਤਾਂ ਅਸਤੀਫਾ ਦਿੱਤਾ, ਫਿਰ ਗੱਠਜੋੜ ਤੋੜਿਆ। ਪ੍ਰੈਸ਼ਰ ਤਾਂ ਕੀ ਬਣਾਉਣਾ ਸੀ, ਪੰਜਾਬ ਦੇ ਕਿਸਾਨਾਂ ਦੇ ਦਿਲ ਵੀ ਨਹੀਂ ਜਿੱਤ ਸਕੇ। ਨਹੀਂ, ਅਕਾਲੀ ਦਲ ਜਿਹੜਾ ਨਾ ਜੀ, ਬੇਸਿਕਲੀ ਦੇਖੋ ਗੱਲ ਇਹ ਆ ਕਿ ਅਕਾਲੀ ਦਲ ਪਹਿਲਾਂ ਤਾਂ ਇਹ ਸਮਝ ਲਓ ਕਿ ਇਹ ਉਹ ਅਕਾਲੀ ਦਲ ਨਹੀਂਗਾ ਜਿਹੜਾ ਲੋਕਾਂ ਦੇ ਹਿੱਤਾਂ ਲਈ ਪਹਿਰਾ ਦਿੰਦਾ ਸੀ, ਕਿਸਾਨਾਂ ਤੇ, ਘੱਟ ਗਿਣਤੀਆਂ ਤੇ, ਸਿੱਖਾਂ ਤੇ। ਜਿਹੜੇ ਪਹਿਲਾਂ ਜਿੱਦਾਂ ਸੰਤ ਫਤਿਹ ਸਿੰਘ ਵੇਲੇ ਜਿਹੜੇ ਮਾਸਟਰ ਤਾਰਾ ਸਿੰਘ ਵਰਗੇ ਚੰਗੇ, ਜਾਂ ਈਵਨ ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਿਹੜੇ ਆਗੂ ਸੀਗੇ, ਉਹ ਸਹੀ ਅਕਾਲੀ ਸੀਗੇ। ਸੁਖਬੀਰ ਸਿੰਘ ਹੁਣੀ ਤਾਂ ਕਾਰਪੋਰੇਟ ਅਕਾਲੀ ਨੇ, ਇਹ ਤਾਂ ਨਵੇਂ ਬ੍ਰਾਂਡ ਦੇ ਨੇ। ਇਸ ਕਰਕੇ ਜੋ ਕੁਛ ਇਹਨਾਂ ਨੇ ਪਿਛਲੇ ਸਮੇਂ 'ਚ ਕੀਤਾ, ਇਹਨਾਂ ਦਾ ਨੈਗੇਟਿਵ ਇੰਪੈਕਟ ਪੈ ਰਿਹਾ ਵਾ।
ਜਿੱਦਾਂ ਫਰਜ਼ ਕਰੋ ਪਹਿਲਾਂ 3 ਮਹੀਨੇ ਤੇ ਪ੍ਰਚਾਰ ਦੇ ਰਹੇ ਕਿ ਆਰਡੀਨੈਂਸ ਬਹੁਤ ਅੱਛੇ ਨੇ, ਇੱਥੋਂ ਤੱਕ ਹੋ ਗਿਆ ਕਿ ਦੇਖੋ ਵੱਡੇ ਬਾਦਲ ਸਾਹਿਬ ਵਰਗੇ ਬਜ਼ੁਰਗ ਬੰਦੇ ਨੂੰ ਉਤੋਂ ਵੀ ਘਵਾਇਆ ਗਿਆ ਕਿ ਆਰਡੀਨੈਂਸ ਪਿਛਲੇ ਸਮੇਂ ਤੋਂ ਸਿਆਸਤ ਦੇ ਵਿੱਚ ਲਾਂਭੇ ਹੋ ਚੁੱਕੇ ਸੀ। ਫਿਰ ਉਸ ਤੋਂ ਇਲਾਵਾ ਬਾਅਦ 'ਚ ਫਿਰ ਅਸਤੀਫਾ ਦਿੱਤਾ, ਫਿਰ ਗੱਠਜੋੜ ਤੋੜਿਆ, ਆ ਥੋੜ੍ਹੇ ਦਿਨ ਪਹਿਲਾਂ ਰੋਸ ਮਾਰਚ ਕੱਢਿਆ। ਦੇਖੋ ਇਹ ਵੀ ਆਪਣੇ ਆਪ ਵਿੱਚ ਹਾਸੋ ਹੀ ਨਹੀਂ ਨੇਗਾ ਕਿ ਰੋਸ ਮਾਰਚ 3 ਵੱਡੇ ਤਖਤਾਂ ਤੋਂ ਸ਼ੁਰੂ ਕੀਤਾ ਗਿਆ ਤੇ ਗਿਆ ਕਿੱਥੇ ਸੀਗਾ? ਅਖੇ ਰਾਜਪਾਲ ਨੂੰ ਮਿਲਣਾ। ਰਾਜਪਾਲ ਨੂੰ ਤਾਂ ਤੁਸੀਂ 4-5 ਬੰਦੇ ਜਾ ਕੇ ਮਿਲ ਲਓ। ਇੱਕ ਜੇ ਰਾਜਪਾਲ ਨੂੰ ਮਿਲਣਾ, ਐਡੇ ਵੱਡੇ ਮਹਾਨ ਤਖਤਾਂ ਤੋਂ ਅਕਾਲ ਤਖਤ ਸਾਹਿਬ ਤੋਂ ਰੋਸ ਮਾਰਚ ਸ਼ੁਰੂ ਕਰਕੇ ਇਹਨਾਂ ਨੂੰ ਚਾਹੀਦਾ ਸੀ ਜਾਂ ਤਾਂ ਪ੍ਰਧਾਨ ਮੰਤਰੀ ਦੀ ਕੋਠੀ ਮੂਹਰੇ ਜਾ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੰਦੇ। ਫਿਰ ਲੋਕਾਂ ਨੇ ਪਤਾ ਵੀ ਸੀਗਾ ਕਿ ਸਾਨੂੰ ਗਵਰਨਰ ਤੱਕ ਚੰਡੀਗੜ੍ਹ ਪੁਲਿਸ ਨੇ ਪਹੁੰਚਣ ਨਹੀਂ ਦੇਣਾ। ਨਹੀਂ, ਉਹ ਸਾਰਾ ਡਰਾਮਾ ਸੀ ਨਾ। ਐਡੇ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਖਰਚ ਕਰਾਇਆ, ਕਰੋੜਾਂ ਰੁਪਏ ਮੇਰੇ ਖਿਆਲ ਬਰਬਾਦ ਕੀਤਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਾਰੀ ਸਰਕਾਰ, ਆਮ ਜਨਤਾ ਦੇ ਕੰਮ ਨਹੀਂ ਕੀਤੇ ਉਹਨਾਂ ਨੇ। ਉਦੋਂ ਨੇ ਮਾਰਚ ਦੁਆਲੇ ਰਹੇ ਉਹ। ਔਰ ਤੁਸੀਂ ਹੋਰ ਗੱਲ ਦੇਖੋਗੇ, ਇਹ ਕਿਸਾਨਾਂ ਦਾ ਮਾਰਚ ਤਾਂ ਲੱਗਦਾ ਹੀ ਨਹੀਂ ਸੀਗਾ। ਕਿਸਾਨ ਤਾਂ ਸਾਦੇ ਲੋਕ ਹੁੰਦੇ ਨੇ ਜਿਹੜੇ ਸਾਈਕਲਾਂ ਤੇ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ। ਇਹ ਤਾਂ ਹਾਈ ਫਾਈ ਗੱਡੀਆਂ, ਲੈਂਡ ਕਰੂਜ਼ਰ ਤੇ ਫੋਰਚੂਨਰ ਤੇ ਐਂਡੇਵਰ 50-60 ਲੱਖ ਦੀਆਂ ਗੱਡੀਆਂ, ਕਰੋੜ ਰੁਪਏ ਦੀ ਗੱਡੀਆਂ ਚੱਲ ਰਹੀਆਂ ਸੀ ਮਾਰਚ ਵਿੱਚ। ਸੋਸ਼ਲ ਮੀਡੀਆ 'ਤੇ ਦੇਖਿਓ, ਕਿਸੇ ਪੱਖ ਤੋਂ ਕਿਸਾਨ ਮਾਰਚ ਨਹੀਂ ਸੀਗਾ। ਫਿਰ ਅਖੀਰ ਵਿੱਚ ਜਦੋਂ ਚੰਡੀਗੜ੍ਹ ਆ ਹੀ ਗਿਆ ਤੇ ਚੰਡੀਗੜ੍ਹ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਤੇ ਹਰਸਿਮਰਤ ਨੂੰ ਲਾਂਭੇ ਕਰਕੇ ਇਹਨਾਂ ਨੂੰ ਕਿਹਾ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਰਹੇ। ਬੜੇ ਸੋਹਣੇ ਉਹਨਾਂ ਨਾਲ ਗੱਡੀਆਂ 'ਚ ਬਹਿ ਕੇ ਚਲੇ ਗਏ। ਬਾਅਦ 'ਚ ਉਹਨਾਂ ਨੇ ਇਹਨਾਂ ਦੇ ਵਰਕਰਾਂ ਦਾ ਕੁਟਾਪਾ ਕੀਤਾ। ਇੱਕ ਇਹੋ ਜਿਹੇ ਲੀਡਰ ਨੇ ਜਿਹੜੇ ਬੰਦਿਆਂ ਨੂੰ ਲੈ ਕੇ ਤੇ ਮੁੜ ਕੇ ਉਹਨਾਂ ਦੇ ਪਾਣੀ ਮਰਵਾਉਂਦੇ ਨੇ ਤੇ ਮੁੜ ਕੇ ਕੁਟਾਪਾ ਕਰਾਉਂਦੇ ਨੇ। ਸੋ ਇਹ ਵੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਮੇਰੇ ਹਿਸਾਬ ਦੇ ਨਾਲ ਠੀਕ ਹੈ, ਉਹਨਾਂ ਨੇ ਆਪਣੇ ਵੱਲੋਂ ਬਹੁਤ ਸਮਝਦੇ ਕਿ ਅਸੀਂ ਕਾਮਯਾਬ ਹੋਏ ਨੇ, ਬਟ ਕੁੱਲ ਟੋਟਲ ਕਚਹਿਰੀ ਵਿੱਚ ਅਕਾਲੀ ਦਲ ਅੱਜ ਫਲॉप ਪਾਰਟੀ ਹੈ। ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਦੇ ਵੱਲੋਂ ਇਹ ਗਵਰਨਰ ਦੇ ਥਰੂ ਜਾਣਾ ਚਾਹੁੰਦੇ ਸੀ ਰਾਸ਼ਟਰਪਤੀ ਦੇ ਕੋਲ, ਪਹਿਲਾਂ ਸਿੱਧਾ ਰਾਸ਼ਟਰਪਤੀ ਨੂੰ ਚਿੱਠੀ ਦਿੱਤੀ, ਉਹਨਾਂ ਨੇ ਮੰਨੀ ਨਹੀਂ, ਫਿਰ ਗਵਰਨਰ ਦੇ ਕੋਲ ਜਾਣ ਦੀ ਕੀ ਲੋੜ ਪੈ ਗਈ? ਇਹ ਸਾਰੇ ਥੀਏਟ੍ਰਿਕਸ ਹੈ ਨਾ। ਜਦ ਦੇਖੋ ਲੋਕ ਸਭਾ ਨੇ ਕਾਨੂੰਨ ਪਾਸ ਕਰਤਾ ਮੈਜੋਰਿਟੀ ਨਾਲ, ਉਹਦੇ ਤੋਂ ਬਾਅਦ ਰਾਸ਼ਟਰਪਤੀ ਦਾ ਯਾਰ ਸਾਈਨ ਕਰਨਾ ਜਾਂ ਨਾ ਕਰਨਾ ਉਹ ਐਵੇਂ ਇੱਕ ਔਰਨਾਮੈਂਟਲ ਗੱਲ ਹੁੰਦੀ ਆ, ਉਹ ਫਾਰਮੈਲਿਟੀ ਹੈ ਇੱਕ। ਇਹ ਫਿਰ ਪੂਰਾ ਗੱਠਜੋੜ ਤੋੜਨ ਤੋਂ ਬਾਅਦ ਉੱਥੇ ਰਾਸ਼ਟਰਪਤੀ ਸਿਰਫ ਲੋਕਾਂ ਨੂੰ ਦਿਖਾ ਰਹੇ ਅਸੀਂ ਤੁਹਾਡੇ ਲਈ ਬਹੁਤ ਕਰ ਰਹੇ ਹਾਂ। ਹੁਣ ਰਾਸ਼ਟਰਪਤੀ ਤੋਂ ਜਾਣ ਤੋਂ ਬਾਅਦ ਗਵਰਨਰ ਪੰਜਾਬ ਕੋ ਕੀ ਸੀਗਾ? ਗਵਰਨਰ ਪੰਜਾਬ ਤਾਂ ਉਹਨਾਂ ਦਾ ਬਣਾਇਆ ਹੋਇਆ ਇੱਕ ਅਪਾਇੰਟਡ ਏਜੰਟ ਆ। ਤਾਂ ਹੀ ਮੈਂ ਕਿਹਾ ਨਾ ਤੁਹਾਨੂੰ ਕਿ ਅਗਰ ਇਹ ਵਾਕਈ ਹੀ ਸੰਜੀਦਾ ਸੀ, ਇੱਕ ਤਾਂ ਇਹਨਾਂ ਨੂੰ ਆਪਣੀ ਪਾਰਟੀ ਦੇ ਝੰਡੇ ਨਹੀਂ ਸੀ ਵਰਤਣੇ ਚਾਹੀਦੇ ਉਦੋਂ। ਜੇ ਇਹਨਾਂ 'ਚ ਜਾਨ ਆ ਤੇ ਮੋਦੀ ਦੀ ਕੋਠੀ ਘੇਰਨ ਜਾ ਕੇ। ਸੁਖਬੀਰ ਸਿੰਘ ਬਾਦਲ, ਮੈਂ ਪਹਿਲਾਂ ਇੱਕ ਵਾਰੀ ਸੁਣਿਆ ਸੀਗਾ ਕਿ ਅਸੀਂ ਤਾਂ ਜਿੱਥੇ ਚਾਹੀਏ ਅਸੀਂ ਧਰਨਾ ਮੁਜ਼ਾਹਰਾ ਇਕੱਠ ਕਰ ਸਕਦੇ। ਹੁਣ ਪਰਖ ਦੀ ਘੜੀ ਹੈਗੀ, ਹੁਣ ਮੋਦੀ ਦੀ ਕੋਠੀ ਘੇਰ ਕੇ ਦਿਖਾ ਦੇਣ। ਸੁਖਬੀਰ ਬਾਦਲ ਆਪਣੇ ਸਮੇਂ ਦੇ ਦੌਰਾਨ ਇਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਧਰਨਾ ਲਾਉਣਾ ਤਾਂ ਵਿਹਲਿਆਂ ਦਾ ਕੰਮ ਆ। ਉਹ ਵੀ ਮੈਂ ਸੁਣਿਆ ਉਹਨਾਂ ਦੇ ਮੂੰਹੋਂ। ਹੁਣ ਦੇਖੋ ਆਪ ਵੀ ਧਰਨੇ ਮੁਜ਼ਾਹਰਿਆਂ ਦੇ ਉੱਤਰੇ ਨੇ ਨਾ। ਬੇਸਿਕਲੀ ਸੁਖਬੀਰ ਮਤਲਬ ਥੋੜ੍ਹਾ ਮੈਨੂੰ ਕੀ ਕਹਿੰਦੇ ਕਿ ਮੈਂ ਸੰਜਮ 'ਚ ਜੇ ਕਹਿ ਦਿਆਂ, ਇਹ ਅਨਟ੍ਰੇਨਡ ਜਿਹਾ ਅਕਾਲੀ ਆ। ਅਕਾਲੀ ਤਾਂ ਹੈ ਹੀ ਨਹੀਂਗਾ। ਅਕਾਲੀ ਤਾਂ ਬਹੁਤ ਸਾਦੇ ਜਿਹੇ ਲੋਕ ਸੀ ਤੇ ਪਰਨਾ ਰੱਖਦੇ ਸੀ ਮੋਢੇ ਤੇ। ਉਹੀ ਉਹਨਾਂ ਦਾ ਸ਼ਾਮ ਨੂੰ ਦਰੀ ਬਣ ਜਾਂਦੀ ਸੀਗੀ ਤੇ ਉਹੀ ਕੰਮਕਾਰ ਦੇ ਵਾਸਤੇ ਵਰਦੇ। ਸਾਦਿਆਂ ਦੀ ਪਾਰਟੀ ਸੀ, ਕਿਸਾਨਾਂ ਦੀ ਪਾਰਟੀ। ਹੁਣ ਕਈ ਵਾਰੀ ਸੁਖਬੀਰ ਬਾਦਲ ਕਹਿੰਦਾ ਜੀ ਬੀਜੇਪੀ ਕਾਰਪੋਰੇਟਾਂ ਨੂੰ ਫਾਇਦਾ ਦੇ ਰਹੀ, ਕਿਸਾਨਾਂ ਦੀ ਜ਼ਮੀਨਾਂ 'ਚ ਕੰਟਰੈਕਟ ਫਾਰਮਿੰਗ 'ਚ ਅੰਦਰ ਲਿਆਓ, ਖੇਤੀ ਖਤਮ ਕਰੋ। ਵੀ ਇਹਨਾਂ ਨੂੰ ਪਹਿਲਾਂ ਪੁੱਛੋ ਆਪ ਤੁਸੀਂ ਕੌਣ? ਕਾਰਪੋਰੇਟ ਤਾਂ ਹੈਗੇ ਆ। ਕਾਰਪੋਰੇਟ ਦਾ ਮਤਲਬ ਕੀ ਹੁੰਦਾ? ਜਿਹੜੇ ਅਮੀਰ ਵੱਡੀਆਂ ਕਾਰੋਬਾਰੀਏ ਨੇ। ਹੁਣ ਇਹਨਾਂ ਦੇ 2 7 ਸਟਾਰ ਹੋਟਲ ਨੇ, ਸੈਂਕੜੇ ਬੱਸਾਂ ਨੇ, ਏਵੀਏਸ਼ਨ ਜਹਾਜ਼ਾਂ ਦੀਆਂ ਕੰਪਨੀਆਂ ਨੇ, ਪਰਸਨਲ ਏਅਰਕ੍ਰਾਫਟ ਆ, ਰਿਲਾਇੰਸ ਦੇ ਪੈਟਰੋਲ ਪੰਪ, ਪੁੱਛੋ ਮੰਡੀ ਜਿਹੜੇ ਲੱਗੇ ਬਣੇ ਸਾਰੇ ਵਾਟਐਵਰ ਉੱਥੇ ਮਲਟੀਨੈਸ਼ਨਲ ਬਣੀਆਂ, ਉਹ ਸਾਰੀਆਂ ਸੁਖਬੀਰ ਸਿੰਘ ਬਾਦਲ ਦੀਆਂ। ਇਸ ਕਰਕੇ ਜਿਹੜਾ ਗੋਦਾਮ ਕਹਿੰਦੇ ਮੋਗੇ ਦੇ ਵਿੱਚ ਅਡਾਨੀਆਂ ਦਾ ਹੈਗਾ, ਉਹਦੇ ਵਿੱਚ ਜਿਹੜੀ ਰੇਲਵੇ ਲਾਈਨ ਆ ਉਹਦੀ ਜਿਹੜੀ ਜ਼ਮੀਨ ਵੀ ਇਹਨਾਂ ਨੇ ਐਕਵਾਇਰ ਕਰਾ ਕੇ ਦਿੱਤੀ ਸੀ। ਐਗਜ਼ੈਕਟਲੀ ਇਹਨਾਂ ਦੇ ਟੈਨਿਓਰ ਦੇ ਵਿੱਚ ਪ੍ਰਾਈਵੇਟ ਰੇਲਵੇ ਲਾਈਨ ਜਿਹੜੀ ਖਿੱਚੀ ਜਾ ਰਹੀ ਆ, ਜਾਂ ਜਿੰਨੇ ਸਾਈਲੋਜ਼ ਬਣੇ ਵੱਡੇ ਵੱਡੇ ਉਹ ਇਹਨਾਂ ਦੇ ਟੈਨਿਓਰ 'ਚ ਹੀ ਬਣੇ ਨੇ ਸਾਰੇ। ਇਸ ਲਈ ਸੁਖਬੀਰ ਬਾਦਲ ਬੇਸਿਕਲੀ ਆਪਣੇ ਜਦੋਂ ਨਾ ਕੋਈ ਪਾਰਟੀ ਕਿਸੇ ਮੁੱਢਲੇ ਏਜੰਡੇ ਤੋਂ ਭਟਕ ਜਾਂਦੀ, ਉਹੀ ਹਾਲ ਹੁੰਦਾ ਜਿਹੜਾ ਇਹਨਾਂ ਦਾ ਹੋਇਆ। ਇਹਨਾਂ ਦਾ ਮੁੱਢਲਾ ਏਜੰਡਾ ਸੀ ਘੱਟ ਗਿਣਤੀਆਂ ਦੀ ਰਖਵਾਲੀ। ਇਹਨਾਂ ਦਾ ਮੁੱਢਲਾ ਏਜੰਡਾ ਸੀ ਵੱਧ ਅਧਿਕਾਰਾਂ ਸਟੇਟ ਦਾ, ਕਿਸਾਨਾਂ ਤੇ ਸਿੱਖਾਂ ਦੀ ਪੈਰਵਾਈ ਕਰਨੀ। ਹੁਣ ਜਦੋਂ ਤਾਂ ਜੰਮੂ ਕਸ਼ਮੀਰ 2 ਟੋਟੇ ਕੀਤੇ ਗਏ ਪਾਰਲੀਮੈਂਟ 'ਚ, ਉਦੋਂ ਇਹਨਾਂ ਨੇ ਬੀਜੇਪੀ ਦਾ ਸਾਥ ਦਿੱਤਾ। ਜਿਸ GST ਨੇ ਸਾਡੀ ਵਿੱਤੀ ਆਰਥਿਕਤਾ ਖਤਮ ਕੀਤੀ, ਗਲਾ ਘੁੱਟਿਆ ਉਹਦਾ ਅਧਿਕਾਰਾਂ ਦਾ, ਸੂਬਿਆਂ ਦਾ, ਇਹਨਾਂ ਨੇ ਉਹਦੇ 'ਚ ਵੋਟ ਪਾਈ। ਇਹਨਾਂ ਨੇ ਸਾਰੇ ਉਹਨਾਂ ਕਾਨੂੰਨਾਂ 'ਤੇ ਵੋਟ ਪਾਈ ਜਿਹੜੇ ਫੈਡਰਲਿਜ਼ਮ ਦੀ ਸਪਿਰਿਟ ਦੇ ਉਲਟ ਸੀ ਤੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਕੋਲ ਸ਼ਕਤੀਆਂ ਕੇਂਦਰਿਤ ਕਰਨ ਜਾ ਰਹੀਆਂ ਸੀ। ਉਹਨਾਂ ਦੀ ਸਪੋਰਟ ਕਰਦੇ ਰਹੇ ਨੇ। ਇਸ ਲਈ ਜਦੋਂ ਤੁਸੀਂ ਇਹ ਸੁਖਬੀਰ ਉਹਨਾਂ ਨੂੰ ਐਂ ਲੱਗ ਰਿਹਾ ਕਿ ਪੰਜਾਬ ਦੇ ਲੋਕ ਜੁੱਕ ਕਰਿਆ ਜਾਂ ਕਮਲੇ ਆ, ਵੀ ਜੋ ਵੀ ਅਸੀਂ ਕਹਾਣੀ ਬਣਾ ਕੇ ਦਿਖਾਵਾਂਗੇ ਇਹਨਾਂ ਨੂੰ ਲੋਕੀ ਮੰਨ ਜਾਣਗੇ। ਲੋਕੀ ਮੰਨ ਨਹੀਂ ਰਹੇ। ਲੋਕੀ ਅੱਜ ਦੀ ਡੇਟ ਵਿੱਚ ਬੱਚਾ ਪੜ੍ਹਿਆ ਹੋਇਆ, ਬੱਚਾ ਸੋਸ਼ਲ ਮੀਡੀਆ 'ਤੇ ਜੁੜਿਆ ਹੋਇਆ। ਇਸ ਲਈ ਅਕਾਲੀ ਦਲ ਦੀ ਜਿਹੜੀ ਇਹ ਕੀ ਕਹਿੰਦੇ
ਥੀਏਟਰ ਟਾਈਪ ਪੋਲਿਟਿਕਸ ਹੈ ਨਾ ਕਿ ਅਸੀਂ ਨਾਅਰੇ ਬਣਾ ਲਏ, ਅਸੀਂ ਸਾਡਾ ਨਾਅਰਾ ਕਿਸਾਨ ਪਿਆਰਾ, ਸਾਰਿਆਂ ਨੂੰ ਤਾਂ ਪਤਾ ਹੈਗਾ। ਔਰ ਤੁਸੀਂ ਹਰਸਿਮਰਤ ਕੌਰ ਦੀ ਤੁਸੀਂ ਦੇਖੋਗੇ ਉਹਨਾਂ ਦੇ ਇੰਟਰਵਿਊਜ਼ ਵਗੈਰਾ ਦੇਖਦੇ, ਮੈਨੂੰ ਤਾਂ 100% ਨਜ਼ਰ ਆ ਰਿਹਾ ਵਾ ਕਿ ਹਰਸਿਮਰਤ ਨੂੰ ਜਿਹੜੀ ਕੁਰਸੀ ਖੁੱਸੀ ਆ ਉਹਦਾ ਪਛਤਾਵਾ ਹੋ ਰਿਹਾ ਉਹਨੂੰ ਦਿਲੋਂ। ਉਹ ਹਾਲੇ ਵੀ ਇਹ ਗੱਲ ਕਹਿ ਰਹੇ, ਇਹ ਗੱਲ ਨਹੀਂ ਕਹਿ ਰਹੇ ਕਿ ਇਹ ਆਰਡੀਨੈਂਸ ਮਾੜੇ ਨੇ, ਉਹ ਇਹ ਗੱਲ ਕਹਿ ਰਿਹਾ ਕਿ ਸਾਨੂੰ ਅਫਸੋਸ ਆ ਕਿ ਅਸੀਂ ਕਿਸਾਨਾਂ ਨੂੰ ਇਹਨਾਂ ਬਾਰੇ ਸਹੀ ਤਰੀਕੇ ਨਾਲ ਸਮਝਾ ਨਹੀਂ ਸਕੇ। ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ, ਉਹ ਅੰਦਰੋਂ ਆਵਾਜ਼ ਹੀ ਨਹੀਂ ਆ ਰਹੀ ਉਹਨਾਂ ਦੇ। ਜਿਹੜੀ ਤੁਹਾਡੇ ਕਿਸੇ ਬੰਦੇ ਦਾ ਜਦੋਂ ਕੋਈ ਜੈਨੂਅਨ ਗੱਲ ਕਹਿੰਦਾ ਨਾ, ਉਹਦੇ ਚਿਹਰੇ ਤੋਂ ਨਜ਼ਰ ਆ ਜਾਂਦੀ ਹੈ, ਉਹਦੀ ਬਾਡੀ ਲੈਂਗੁਏਜ ਤੋਂ ਨਜ਼ਰ ਆ ਜਾਂਦੀ ਹੈ। ਹੁਣ ਨਾ ਤਾਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੰਜਾਬ ਤੇ ਕਿਸਾਨ ਪੱਖੀ ਜਿਹੜੀ ਹੈ ਆਵਾਜ਼, ਉਹ ਇੱਥੋਂ ਢਿੱਡੋਂ ਅੰਦਰੋਂ ਦਿਲੋਂ ਨਹੀਂ ਨਿਕਲ ਰਹੀ, ਉਹ ਇੱਥੋਂ ਗਲੇ ਦੇ ਉੱਤੋਂ ਆ ਦਿਖਾਉਣ ਵਾਸਤੇ। ਦੇਅਰਫੋਰ ਇੰਪੈਕਟ ਨਹੀਂ ਹੋ ਰਿਹਾ। ਉਹ ਅਕਾਲੀ ਜੋ ਮਰਜ਼ੀ ਸਮਝੀ ਜਾਣ, ਮੇਰਾ ਇਹ ਮੰਨਣਾ ਵਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਬੀਜੇਪੀ ਸਭ ਤੋਂ ਨਫ਼ਰਤ ਦੀ ਪਾਤਰ ਪਾਰਟੀ ਬਣ ਗਈ, ਉਹ ਤੋਂ ਅੱਗੇ ਅਕਾਲੀ ਦਲ ਖੜਾ ਵਾ, ਸੇਮ ਕੈਟੇਗਰੀ 'ਚ ਹੈ ਹਲੇ। ਤੁਹਾਡੀ ਪੁਰਾਣੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ, ਬੇਸ਼ੱਕ ਇੱਥੇ ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਗ੍ਰਾਮ ਸਭਾ ਦੇ ਮਤੇ ਪਾਉਣ ਦੀ ਗੱਲ ਕੀਤੀ ਜਾ ਰਹੀ ਹੋਵੇ, ਪਰ ਉਹਨਾਂ ਦੀ ਸਰਕਾਰ ਹੈ ਦਿੱਲੀ ਦੇ ਵਿੱਚ, ਉਹਨਾਂ ਦੇ ਵੱਲੋਂ ਉੱਥੇ ਕੁਝ ਨਹੀਂ ਕੀਤਾ ਜਾ ਰਿਹਾ। ਇਹ ਕਿਹੋ ਜਿਹੀ ਦੋਹਰੀ ਸਿਆਸਤ ਹੈ? ਸੁਖਵਿੰਦਰ ਜੀ, ਜਿਹੜਾ ਗ੍ਰਾਮ ਸਭਾ ਦਾ ਮਤਾ ਨਾ, ਇਹ ਮੋਸਟ ਇੰਪ੍ਰੈਕਟੀਕਲ ਉਹਨੇ ਸੁਜੈਸ਼ਨ ਦਿੱਤਾ। 13,000 ਪੰਚਾਇਤ ਆ, ਗ੍ਰਾਮ ਸਭਾ ਦਾ ਮਤਾ ਪੰਚਾਇਤ ਦੀ ਪ੍ਰਵਾਨਗੀ ਤੋਂ ਬਗੈਰ ਪੈ ਨਹੀਂ ਸਕਦਾ। 12,000 ਸਰਪੰਚ ਕਾਂਗਰਸ ਪਾਰਟੀ ਦਾ ਵਾ, ਬਾਕੀ 500-700 ਹਜ਼ਾਰ 500-700 800 900 ਅਕਾਲੀ ਦਲ ਦਾ ਹੋਊਗਾ। ਆਮ ਆਦਮੀ ਪਾਰਟੀ ਦੇ ਤਾਂ ਮੈਨੂੰ ਲੱਗਦਾ ਸਹੀ ਮਾਇਨਿਆਂ ਵਿੱਚ ਮੈਨੂੰ ਖੜੇ ਕਰਕੇ ਲਾਈਨ 'ਚ ਗਿਣਾ ਦੇਣ, ਇਹਨਾਂ ਦੇ 2 ਦਰਜਨ ਸਰਪੰਚ ਨਹੀਂ ਹੋਣੇ ਪੰਜਾਬ ਦੇ ਵਿੱਚ। ਤੇ ਮੈਂ ਹੁਣ ਭਗਵੰਤ ਸਿੰਘ ਮਾਨ ਨੇ ਇੱਕ ਬੜੇ ਜ਼ੋਰ ਨਾਲ ਕਿਹਾ ਨਾ ਕਿ ਗ੍ਰਾਮ ਸਭਾ ਦੇ ਮਤੇ ਐਂ ਕਰੋ, 15 ਦਿਨ ਬਾਅਦ ਆਪਾਂ ਇਹਨਾਂ ਨੂੰ ਪੁੱਛੋ ਕਿ ਸੋਸ਼ਲ ਮੀਡੀਆ ਦੇ ਆਪਣੇ ਪੇਜ ਤੇ ਨਾ ਜਿੰਨੇ ਗ੍ਰਾਮ ਸਭਾ ਪਿੰਡਾਂ ਨੇ ਮਤੇ ਪਾਏ ਨੇ ਉਹਨਾਂ ਦੇ ਨਾਮ ਦੇ ਦੇਣ, ਮਤੇ ਭਾਵੇਂ ਨਾ ਦੇਣ, ਉਹਨਾਂ ਦੇ ਨਾਮ ਦੇ ਦੇਣ ਕਿ ਸੰਗਰੂਰ ਤੇ ਬਰਨਾਲਾ ਤੇ ਬਠਿੰਡਾ ਤੇ ਮਾਨਸਾ 'ਚ ਲੈਟਸ ਸੇ 250 ਪਿੰਡਾਂ ਨੇ ਗ੍ਰਾਮ ਸਭਾ ਦੇ ਮਤੇ ਪਾ। ਸੋ ਵਾਟ ਇਜ਼ ਦ ਯੂਜ਼ ਆਫ ਪ੍ਰੋਪੇਗੇਟਿੰਗ ਸਮਥਿੰਗ ਜਿਹੜਾ ਕਦੇ ਪ੍ਰੈਕਟੀਕਲੀ ਉਹਦਾ ਹੋਣਾ ਨਹੀਂ। ਕੇਜਰੀਵਾਲ ਦਿੱਲੀ 'ਚ ਬੈਠੇ ਨੇ, ਉਹਨਾਂ ਨੇ ਅੱਜ ਤੱਕ ਕੋਈ ਡਟ ਕੇ ਇਸ ਕਾਨੂੰਨ ਦਾ ਬਾਹਰ ਨਿਕਲ ਕੇ ਕੋਈ ਵਿਰੋਧ ਨਹੀਂ ਕੀਤਾ। ਦਿੱਲੀ 'ਚ ਬੈਠੇ ਨੇ ਨਾ, ਸਰਕਾਰ ਹੈ ਇਹਨਾਂ ਦੀ ਆਫਟਰ ਆਲ ਉੱਥੇ ਵੀ। ਸੋ ਮੈਂ ਇਹਨਾਂ ਨੂੰ ਉਸ ਤਾਈਓ ਲੋਕਾਂ ਨੇ ਇਹਨਾਂ ਨੂੰ ਵੀ ਉਸ ਕੈਟੇਗਰੀ 'ਚ ਪਾਤਾ। ਅੱਜ ਦੀ ਡੇਟ ਵਿੱਚ ਤੁਸੀਂ ਦੇਖੋਗੇ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ, ਇਹ ਆਪ ਮੁਹਾਰੇ ਕਿਉਂ ਹੋਇਆ ਵਾ, ਲੀਡਰਲੈਸ ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਕਿਸੇ ਪਾਰਟੀ ਤੇ। ਉਹਨਾਂ ਨੇ ਜੇ ਹੁਣ ਕਾਂਗਰਸ, ਅਕਾਲੀ ਦਲ ਤੇ ਝਾੜੂ ਤਿੰਨੇ ਇਹਨੂੰ ਇੱਕ ਕੈਟੇਗਰੀ 'ਚ ਪਾਤਾ। ਇਹਨਾਂ ਦੇ ਐਮਐਲਏ ਕੁਝ ਗਏ ਨੇ ਸੰਘਰਸ਼, ਉੱਥੋਂ ਜਾਂ ਤਾਂ ਹੂਟਿੰਗ ਕਰਾ ਕੇ ਬਾਹਰ ਆਏ ਨੇ ਜਾਂ ਉਹਨਾਂ ਨੇ ਉੱਥੋਂ ਚੱਲਦੇ ਕਰ ਦਿੱਤੇ ਨੇ, ਬੇਇੱਜ਼ਤੀ ਹੋਈ ਇਹਨਾਂ ਦੀ। ਦੇਅਰਫੋਰ ਆਮ ਆਦਮੀ ਪਾਰਟੀ ਅੱਜ ਦੀ ਡੇਟ 'ਚ ਉਹਦਾ ਜਿਹੜਾ ਤਰੀਕੇਕਾਰ ਹੈ ਪਾਰਟੀ ਚਲਾਉਣ ਦਾ, ਇਟ ਇਜ਼ ਨੋ ਡਿਫਰੈਂਟ ਫਰੋਮ ਦੀ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼। ਤੁਸੀਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਜਿਹੜੀ ਵੀਡੀਓ ਵੀ ਪਾਈ ਹੋਈ ਸੀ, ਇੱਕ ਨਿੱਜੀ ਚੈਨਲ ਨੂੰ ਐਡ ਦਿੱਤੀ ਹੋਈ, ਤੁਸੀਂ ਕਿਹਾ ਸੀ ਕਿ ਇਹ ਦੋਹਰੇ ਮਾਪਦੰਡ ਨੇ। ਉਹ ਤਾਂ ਫਿਰ ਮੈਂ ਸਿਰਫ ਇੱਕ ਥੋੜ੍ਹਾ ਜਿਹਾ ਇੱਕ ਕੀ ਕਹਿੰਦੇ ਇੱਕ ਚਿਹਰਾ ਬੇਨਕਾਬ ਕੀਤਾ। ਇੱਕ ਪਾਸੇ ਤੁਸੀਂ ਅਕਾਲੀ ਦਲ ਨੂੰ ਨਿੱਤ ਦਿਨ ਗਾਲਾਂ ਕੱਢਦੇ ਪੰਜਾਬ 'ਚ ਬਾਦਲਾਂ ਨੂੰ, ਦੂਜੇ ਪਾਸੇ ਦਿੱਲੀ ਦੀ ਸਰਕਾਰ ਨੇ ਪੀਟੀਸੀ ਚੈਨਲ ਨੂੰ ਖਰੇ ਇੱਕ ਦਿਨ 'ਚ ਮੈਨੂੰ ਲੱਗਦਾ 40-50 ਵਾਰੀ ਐਡ ਚੱਲਦੀ ਕੇਜਰੀਵਾਲ ਦੀ। ਬਾਕੀ ਕਿਸੇ ਮੀਡੀਆ ਨੂੰ ਉਹਨਾਂ ਨੇ ਉਹ ਐਡ ਨਹੀਂ ਦਿੱਤੀ ਹੋਈ। ਚੁਣ ਕੇ ਪੀਟੀਸੀ ਚੈਨਲ ਨੂੰ, ਬਾਦਲਾਂ ਦੇ ਚੈਨਲ ਨੂੰ ਐਡ ਦਿੰਦੇ ਨੇ, ਉੱਦਾਂ ਇੱਥੇ ਗਾਣਾ ਕੱਢਦੇ ਨੇ। ਭਗਵੰਤ ਸਿੰਘ ਮਾਨ ਜਿਹੜੇ ਆਪ ਨਾਮ ਲੈ ਕੇ ਜਿਹੜਾ ਚੈਨਲ ਦੇ ਉੱਪਰ ਵਾਰ ਕਰਦੇ ਰਹੇ ਨੇ ਉਹਨਾਂ ਦੇ ਕਿ ਆਹ ਚੈਨਲ ਸਹੀ। ਹਾਂ, ਤਾਂ ਫਿਰ ਮੈਂ ਉਹੀ ਕਿਹਾ ਨਾ, ਫਿਰ ਉਹਨਾਂ ਦੀ ਪਾਰਟੀ ਦੀ ਸਰਕਾਰ ਦਿੱਲੀ ਦੀ ਪੀਟੀਸੀ ਚੈਨਲ ਨੂੰ ਐਡ ਕਿਉਂ ਦਿੰਦੀ ਆ? ਮਾਫੀ ਵੀ ਇਹਨਾਂ ਤੋਂ ਮੰਗੀ ਆ, ਵਿਕਰਮ ਮਜੀਠੀਆ ਤੋਂ। ਫਿਰ ਵੀ ਬਾਕੀ ਸਾਰਾ ਜਿਹੜੇ ਲੋਕ ਲੜਦੇ ਨੇ ਉਹਨਾਂ ਦੇ ਨਾਲ, ਅਸੀਂ ਸਾਰੇ ਲੜਦੇ, ਅਸੀਂ ਸਾਰੇ ਗਦਾਰ ਤੇ ਪੰਜਾਬ ਵਿਰੋਧੀ ਹੋ ਗਏ ਜਿਨ੍ਹਾਂ ਨੇ ਮਾਫੀ ਮੰਗੀ। ਜਿਹੜੇ ਪੀਟੀਸੀ ਚੈਨਲ ਦੇ ਉੱਤੇ ਆਪਣੀ ਸਰਕਾਰ ਵੱਲੋਂ ਮੇਰੇ ਖਿਆਲ ਕਰੋੜਾਂ ਰੁਪਏ ਦੀ ਐਡ ਦੇ ਰਹੇ ਨੇ, ਉਹ ਬੜੇ ਦੁੱਧ ਧੋਤੇ ਦੇ ਸੱਚੇ ਸੁੱਚੇ। ਮੈਂ ਸਿਰਫ ਉਹਨਾਂ ਦਾ ਡਬਲ ਫੇਸਟਡ ਕੈਰੈਕਟਰ ਉਹਨੂੰ ਮਾੜਾ ਜਿਹਾ ਐਕਸਪੋਜ਼ ਕੀਤਾ ਸੀ। ਪਹਿਲਾਂ ਭਗਵੰਤ ਸਿੰਘ ਮਾਨ ਜਦੋਂ ਮਾਫੀ ਮੰਗੀ ਉਦੋਂ ਵੀ ਕੁਝ ਸਪਸ਼ਟ ਨਹੀਂ ਕਰ ਪਾਏ ਸੀ ਕਿ ਹੁਣ ਕਰ ਪਾਉਣਗੇ ਇਸ ਮਾਮਲੇ ਨੂੰ ਲੈ ਕੇ। ਦੇਖੋ, ਇਹ ਤਾਂ ਇੱਕ ਚਲੋ ਮੈਂ ਕੋਈ ਇਹਨੂੰ ਬਹੁਤ ਜ਼ਿਆਦਾ ਇਨ ਡੈਪਥ ਨਹੀਂ ਲੈ ਕੇ ਜਾਣਾ ਚਾਹੁੰਦਾ, ਬਟ ਬੇਸਿਕਲੀ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਹੈ, ਮੈਂ ਬਿਲਕੁਲ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਤੇ ਕਾਂਗਰਸ ਵਾਂਗੂ ਹੀ ਇੱਕ ਰੂਟੀਨ ਪਾਰਟੀ ਬਣ ਕੇ ਬਹਿ ਗਈ। ਇਹਨਾਂ ਨੂੰ ਮੌਕਾ ਦਿੱਤਾ ਸੀ ਲੋਕਾਂ ਨੇ, ਲੇਕਿਨ ਅਫਸੋਸ ਨਾਲ ਇਹਨਾਂ ਨੇ ਉਹ ਮੌਕਾ ਗਵਾਇਆ। ਨਾ ਸਿਰਫ ਗਵਾਇਆ, ਬਲਕਿ ਜਿਹੜੀਆਂ ਗਲਤੀਆਂ ਕੀਤੀਆਂ ਉਹਨੂੰ ਅੱਜ ਤੱਕ ਕਦੀ ਪੜਚੋਲ ਨਹੀਂ ਕੀਤੀ। ਵੀ ਫੁਲਕਾ ਸਾਹਿਬ ਕਿਉਂ ਛੱਡ ਗਏ ਆ, ਛੋਟੇਪੁਰ ਨੂੰ ਅਸੀਂ ਕੱਢਿਆ, ਉਹਦਾ 2 ਲੱਖ ਰੁਪਏ ਦਾ ਸਟਿੰਗ ਕਿੱਥੇ ਆ? ਡਾਕਟਰ ਗਾਂਧੀ ਕਿਉਂ ਚਲੇ ਗਿਆ? ਆਪਣੇ ਜਿਹੜਾ ਗੁਰਪ੍ਰੀਤ ਘੁੱਗੀ ਨੂੰ ਹਟਾਇਆ ਤਾਂ ਉਹਦਾ ਕੀ ਇੰਪੈਕਟ ਪਿਆ ਵਾ? ਜੇ ਖੈਰੇ ਨੂੰ ਟਵਿੱਟਰ ਤੇ ਲਾ ਕੇ, ਇਹ ਜੇ ਤੁਸੀਂ ਸਮਝਦੇ ਕਿ ਇਦਾਂ ਦੀਆਂ ਕਰਤੂਤਾਂ ਕਰਕੇ ਅਸੀਂ ਬਹੁਤ ਤਾਕਤਵਰ ਹੋਏ ਹਾਂ,
ਤੇ ਫਿਰ ਰੱਬ ਰੱਖਾ ਇਹੋ ਜਿਹੀਆਂ ਪਾਰਟੀਆਂ ਤਾਂ ਤਾਈਓ ਇਹਨਾਂ ਦਾ ਉਭਾਰ ਨਹੀਂ ਹੋ ਰਿਹਾ। ਇਹ ਉੱਥੇ ਕੀ ਖੜੇ ਨੇ। ਔਰ ਲੈਟ ਮੀ ਟੈਲ ਯੂ, ਇਹ ਉਹ ਪਾਰਟੀ ਆ 2014 ਤੋਂ ਲੈ ਕੇ ਤੁਸੀਂ ਅੱਛੀ ਤਰ੍ਹਾਂ ਚੈੱਕ ਕਰ ਲਓ, ਇਹ 4 ਵਾਰ ਆਪਣੇ ਪਾਰਟੀ ਦਾ ਢਾਂਚਾ ਭੰਗ ਕਰ ਚੁੱਕੇ ਨੇ। 6 ਸਾਲਾਂ 'ਚ 4 ਵਾਰੀ ਪਾਰਟੀ ਦਾ ਢਾਂਚਾ ਹੀ ਭੰਗ ਕਰ ਦਿੰਦੇ ਨੇ। ਦੇਖਦੇ ਨੇ ਕਿ ਕੋਈ ਰਿਜ਼ਲਟ ਨਹੀਂ ਆ ਰਿਹਾ, ਰਿਜ਼ਲਟ ਕਿੱਥੋਂ ਲੈ ਕੇ ਆਉਣਾ? ਉਹੀ ਬੰਦੇ ਫੇਰ ਨੋਮੀਨੇਟ ਕਰ ਲੈਂਦੇ ਨੇ। ਜਾਂ ਤਾਂ ਹੋਵੇ ਨਾ ਕਿ ਆਮ ਆਦਮੀ ਪਾਰਟੀ ਆਪਣਾ ਰਵੱਈਆ ਬਦਲ ਕੇ ਸਾਰੇ ਪੰਜਾਬ ਦੇ ਚੰਗੇ ਲੋਕਾਂ ਨੂੰ ਆਵਾਜ਼ ਦੇਵੇ ਕਿ ਆ ਜਾਓ ਯਾਰ ਆਪਾਂ ਇਕੱਠੇ ਹੋ ਕੇ ਚੱਲੀਏ। ਇਹ ਪਹਿਲਾਂ ਤਾਂ ਬਸ ਦੂਜਿਆਂ ਨੂੰ ਕਹਿੰਦੇ ਕੁਰਸੀ ਦੇ ਲਾਲਚੀ ਨੇ, ਆਪ ਮੁੱਖ ਮੰਤਰੀ ਦੀ ਕੁਰਸੀ ਬਣਾ ਕੇ ਤੇ ਉਹਦੇ ਚਾਰੇ ਲੱਤਾਂ ਲਾ ਕੇ ਤੇ ਉੱਥੇ ਸਜਾਈ ਹੋਈ ਆ, ਬਸ ਬਹਿਣਾ ਹੀ ਆ ਬਾਕੀ ਕੰਮ। ਸੋ ਅਫਸੋਸ ਆ, ਲੋਕਾਂ ਨੇ ਇੱਕ ਮੌਕਾ ਦਿੱਤਾ ਸੀਗਾ, ਸਾਂਭ ਨਹੀਂ ਸਕੇ। ਕਾਂਗਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੱਲ੍ਹ ਨੂੰ ਰਾਹੁਲ ਗਾਂਧੀ ਜਿਹੜੇ ਹੈਗੇ ਆ ਇੱਥੇ ਆ ਰਹੇ ਨੇ ਪੰਜਾਬ, ਕਹਿੰਦੇ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਟਰੈਕਟਰ ਮਾਰਚ ਕਰਨਗੇ, ਪਰ ਦਿੱਲੀ ਦੇ ਵਿੱਚ ਪੰਜਾਬ ਦੇ ਕਿਸਾਨ ਇੱਥੋਂ ਦਿੱਲੀ ਜਾਣਾ ਚਾਹੁੰਦੇ ਨੇ। ਰਾਹੁਲ ਗਾਂਧੀ ਉਹੀ ਟਰੈਕਟਰ ਮਾਰਚ ਕਰਨ ਦੇ ਲਈ ਪੰਜਾਬ ਆ ਰਹੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਇਹ ਦੇਖੋ, ਪੋਲੀਟੀਕਲ ਪਾਰਟੀਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਹੈ, ਮੰਨ ਲਿਆ, ਪਰ ਉਹ ਅਧਿਕਾਰ ਸਹੀ ਜਗ੍ਹਾ ਦੇ ਉੱਤੇ ਵਰਤਿਆ ਜਾਣਾ ਚਾਹੀਦਾ। ਹੁਣ ਕਾਂਗਰਸ ਮੇਨ ਆਪੋਜੀਸ਼ਨ ਪਾਰਟੀ ਹੈ ਦੇਸ਼ ਦੀ, ਉਹਨਾਂ ਨੂੰ ਇਕੱਲਾ ਪੰਜਾਬ ਦਾ ਕਿਸਾਨ ਦੀ ਆਵਾਜ਼ ਨਹੀਂ ਆ ਰਹੀ, ਦੇਸ਼ 'ਚੋਂ ਸਾਰੇ ਸੂਬਿਆਂ ਦੀ ਆ ਰਹੀ ਹੈ। ਰਾਹੁਲ ਗਾਂਧੀ ਨੂੰ ਵੀ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਜਾਂ ਪ੍ਰਾਈਮ ਮਿਨਿਸਟਰ ਦੇ ਬਾਹਰ ਜਾ ਕੇ ਉੱਥੇ ਪ੍ਰਦਰਸ਼ਨ ਕਰਦੇ ਤਾਂ ਜ਼ਿਆਦਾ ਵਜਨਦਾਰ ਸੀਗਾ। ਇੱਥੇ ਤਾਂ ਉਹਨਾਂ ਦੀ ਸਰਕਾਰ ਹੈ, ਉਹਨਾਂ ਦੀ ਸਰਕਾਰ ਤਾਂ ਸਰਕਾਰੀ ਸਾਰੀ ਮਸ਼ੀਨਰੀ ਕਹਿ ਕੇ ਭਾਵੇਂ 10,000 ਟਰੈਕਟਰ ਇਕੱਠਾ ਕਰ ਲਓ, ਉਹਨਾਂ ਲਈ ਕੀ ਔਖਾ ਹੈਗਾ ਵਾ ਇਸ। ਔਰ ਦੂਜਾ, ਮੈਂ ਕੈਪਟਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਚਲੋ ਇਹ ਤਾਂ ਪਾਰਟੀਆਂ ਪ੍ਰਚਾਰ ਕਰ ਰਹੀਆਂ, ਤੁਹਾਡੇ ਕੋਲ ਸਰਕਾਰ ਹੋਣ ਦੇ ਨਾਤੇ ਤੁਹਾਡੇ ਕੋਲ 2-3 ਆਪਸ਼ਨਸ ਨੇ। ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾਓ। ਇੱਕ ਕਾਨੂੰਨ ਹੈ ਆਰਟੀਕਲ 371 ਹੈ ਕਨਸਟੀਟਿਊਸ਼ਨ ਦਾ, ਉਹਦੇ ਤਹਿਤ ਜਿਹੜੇ ਕੁਝ ਸੂਬਿਆਂ ਨੂੰ ਇਹਨਾਂ ਨੇ ਕੁਝ ਕਾਨੂੰਨਾਂ ਤੋਂ ਛੂਟ ਦਿੱਤੀ ਹੋਈ ਹੈ। ਜਿੱਦਾਂ ਪਹਿਲਾਂ ਕਿਸੇ ਵੇਲੇ 370 ਸੀ ਨਾ ਆਰਟੀਕਲ, ਜੰਮੂ ਕਸ਼ਮੀਰ ਨੂੰ ਜਿਹੜਾ ਵੀ ਭਾਰਤ ਦੀ ਲੋਕ ਸਭਾ 'ਚ ਕਾਨੂੰਨ ਬਣਦਾ ਸੀ ਉਹ 'ਚ ਇੱਕ ਲਾਈਨ ਲਿਖੀ ਜਾਂਦੀ ਸੀਗੀ ਕਿ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਐਕਸੈਪਟ ਜੰਮੂ ਕਸ਼ਮੀਰ, ਉਹ 'ਚ ਲਾਗੂ ਨਹੀਂ ਹੋਊਗਾ। ਹੁਣ ਆਰਟੀਕਲ 371 ਹੈ, ਉਹਦੇ ਕਲੌਜ਼ A ਤੋਂ ਲੈ ਕੇ ਕਲੌਜ਼ J ਤੱਕ 10 ਸਟੇਟਸ ਨੇ, ਗੁਜਰਾਤ, ਮਹਾਰਾਸ਼ਟਰ, ਗੋਆ, ਸਿੱਕਿਮ, ਮਿਜ਼ੋਰਮ, ਨਾਰਥ ਈਸਟ ਦੀਆਂ ਕੁਝ ਸਟੇਟਸ ਨੇ। 10 ਸਟੇਟਾਂ ਨੂੰ ਅੱਜ ਵੀ ਕਈ ਕਾਨੂੰਨਾਂ ਤੋਂ ਛੋਟ ਹੈ, ਤੇ ਕੈਪਟਨ ਸਾਹਿਬ ਇੱਕ ਮਤਾ ਪਾਸ ਕਰਕੇ ਜਾਂ ਆਪਣੀ ਇੱਥੋਂ ਦੀ ਇੱਕ ਪ੍ਰੋਪਰ ਕੀ ਕਹਿੰਦੇ ਕਿ ਦੇਸ਼ ਦੀ ਸਰਕਾਰ ਨੂੰ ਕਹਿਣ ਕਿ ਆ ਆਰਟੀਕਲ 371 ਦੇ ਤਹਿਤ ਤੁਸੀਂ ਇਹ ਜਿਹੜਾ ਤੁਸੀਂ ਕਹਿੰਦੇ ਹੋ, ਦੇਸ਼ ਵਾਲੇ ਮੋਦੀ ਸਾਹਿਬ ਕਹਿੰਦੇ ਇਹ ਖੇਤੀ ਕਾਨੂੰਨ ਬਹੁਤ ਚੰਗੇ ਬਣਾਏ ਜੀ ਅਸੀਂ, ਤੁਸੀਂ ਬਾਕੀ ਦੇਸ਼ ਲਾਗੂ ਕਰ ਦਿਓ ਜਾਂ ਉਹਨਾਂ ਸੂਬਿਆਂ ਦੇ ਲਾਗੂ ਕਰ ਦਿਓ ਜਿਹੜੇ ਲਾਗੂ ਕਰਾਉਣਾ ਚਾਹੁੰਦੇ ਨੇ, ਜਿਹੜੇ ਨਹੀਂ ਕਰਾਉਣਾ ਚਾਹੁੰਦੇ ਉਹ ਛੱਡ ਦਿਓ ਤੁਸੀਂ। ਜਿਨ੍ਹਾਂ ਵਾਸਤੇ ਇਹ ਬਣਾਇਆ ਜਦੋਂ ਉਹੀ ਖੁਸ਼ ਨਹੀਂ, ਫਿਰ ਬਣਾਉਣ ਦਾ ਕੀ ਫਾਇਦਾ? ਐਗਜ਼ੈਕਟਲੀ। ਦੂਸਰਾ, ਉਹਨਾਂ ਦੇ ਕੋਲ ਆਪਸ਼ਨ ਹੈ ਕਿ ਉਹ ਪੰਜਾਬ ਨੂੰ ਇੱਕ ਸਾਰੀ ਪ੍ਰਿੰਸੀਪਲ ਮਾਰਕੀਟ ਯਾਰਡ ਡਿਕਲੇਅਰ ਕਰ ਦੇਣ, ਸਮੂਹ ਸਾਰੇ ਪੰਜਾਬ ਨੂੰ ਮਾਰਕੀਟ ਮੰਡੀ ਡਿਕਲੇਅਰ ਕਰ ਦੇਣ, ਤਾਂ ਇਹ ਕਾਨੂੰਨ ਤੋਂ ਅਸੀਂ ਬਚ ਸਕਦੇ। ਇੱਕ ਹੋਰ ਹੈਗਾ ਸਾਦਾ ਜਿਹਾ ਕਿ ਇੱਕ ਲਾਅ ਬਣਾ ਦੇ ਪੰਜਾਬ ਸਰਕਾਰ ਕਿ ਜਿਹੜਾ ਵੀ ਕੋਈ ਇੱਥੇ ਖਰੀਦਣ ਆਊਗਾ ਕਿਸਾਨ ਦੀ ਫਸਲ, ਉਹ ਐਲਾਨੀ ਹੋਈ MSP ਤੋਂ ਅਗਰ ਘੱਟ ਖਰੀਦੇਗਾ ਅਸੀਂ ਉੱਤੇ ਕ੍ਰਿਮੀਨਲ ਕੇਸ ਦਰਜ ਕਰਾਂਗੇ। ਕੋਈ ਪ੍ਰਾਈਵੇਟ ਕੰਪਨੀ, ਲੈਟਸ ਪ੍ਰਜ਼ੂਮ ਜੇ ਹੁਣ ਮੋਦੀ ਸਾਹਿਬ ਨਹੀਂ ਹਟਦੇ ਤਾਂ ਆਪਣੇ ਕਿਸਾਨਾਂ ਨੂੰ ਬਚਾਉਣ ਦੀ ਖਾਤਰ ਇਹ ਕਾਨੂੰਨ ਵੀ ਬਣਾਇਆ ਜਾ ਸਕਦਾ ਵਿਧਾਨ ਸਭਾ 'ਚ ਕਿ ਅਸੀਂ ਜਿਹੜਾ ਵੀ MSP ਤੋਂ ਘੱਟ ਖਰੀਦੇਗਾ ਉਹਨਾਂ ਨੂੰ ਅਸੀਂ ਕ੍ਰਿਮੀਨਲ ਪ੍ਰੋਸੀਡਿੰਗਸ ਵਿੱਚ ਲੈ ਕੇ ਆਵਾਂਗੇ, ਅਸੀਂ ਉਹਨਾਂ ਦਾ FIR ਦਰਜ ਕਰਾਂਗੇ। ਆਪੇ ਹੀ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਤੇ ਖਰੀਦਣਾ ਪਊਗਾ। ਤੇ ਜੇ ਕੁਝ ਵੀ ਨਹੀਂ ਹੁੰਦਾ ਤੇ ਫਿਰ ਜੀ ਕਿ ਪੰਜਾਬੀ 'ਚ ਕਹਿੰਦੇ ਹੁੰਦੇ ਆਰ ਪਾਰ ਦੀ ਲੜਾਈ ਇੱਕੋ ਆ ਸਾਡੇ ਕੋਲ ਹਥਿਆਰ, ਕਿ ਵਿਧਾਨ ਸਭਾ ਦੇ ਵਿੱਚ ਸੱਦ ਕੇ ਤੇ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਮੁੱਢੋਂ ਹੀ ਰੱਦ ਕਰ ਦਿਓ। ਕਿਉਂਕਿ ਦੇਖੋ ਗੱਲ ਇਹ ਆ ਕਿ ਰੋਜ਼ ਮਰਨ ਨਾਲੋਂ, ਕਾਇਰਾਂ ਵਾਂਗੂ ਮਰਨ ਨਾਲੋਂ ਫਿਰ ਲੜ ਕੇ ਮਰਨਾ ਚੰਗਾ ਵਾ। ਹੁਣ ਕਿਸਾਨ ਲੜ ਹੀ ਰਹੇ ਨੇ ਨਾ ਵਿਚਾਰੇ, 1 ਲੱਖ ਕਰੋੜ ਦੇ ਕਰਜ਼ਈ ਨੇ, ਉਹ ਰੋਜ਼ ਆਤਮ ਹੱਤਿਆ ਕਰ ਰਹੇ ਨੇ। ਇਹਦੇ ਨਾਲੋਂ ਮਾੜੀ ਸਥਿਤੀ ਉਹਨਾਂ ਵਾਸਤੇ ਕੀ ਹੋ ਸਕਦੀ ਹੋਰ। ਤੇ ਹੁਣ ਜੇ ਇਹ ਕਾਨੂੰਨ ਲਾਗੂ ਕੀਤੇ ਜਾਣਗੇ ਤਾਂ ਫਿਰ ਪ੍ਰਾਈਵੇਟ ਕੰਪਨੀਆਂ ਵੀ ਆਉਣਗੀਆਂ, ਫਿਰ ਉੱਥੇ ਐਕਸਪਲੋਇਟੇਸ਼ਨ ਵੀ ਹੋਊਗੀ, ਫਿਰ ਅਲਟੀਮੇਟਲੀ ਅੱਜ ਨਹੀਂ 2-3-4 ਸਾਲਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਵੀ ਖਤਮ ਕਰ ਦੂਗੀ ਸਰਕਾਰ, ਫਿਰ ਆਪਾਂ ਕੀ ਉਹਨਾਂ ਦੀ ਲੱਤ ਭੰਨ ਲਾਂਗੇ। ਇਸ ਲਈ ਕਾਂਗਰਸ ਦਾ ਫਰਜ਼ ਬਣਦਾ ਬਤੌਰ ਸੱਤਾ ਵਿੱਚ ਬੈਠੇ ਕਿ ਉਹ ਲੀਗਲ ਤਰੀਕੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਦਮਦਾਰ ਤਰੀਕੇ ਨਾਲ ਕੋਈ ਇੱਦਾਂ ਦਾ ਮਤਾ ਕਾਨੂੰਨ ਬਣਾ ਦੇਣ ਜਿਹਦੇ ਨਾਲ ਆਪੇ ਫਿਰ ਦੇਖੀ ਜਾਊ ਕੀ ਹੋਣਾ। ਆਪਾਂ ਰਾਹੁਲ ਗਾਂਧੀ ਜੇ ਦੌਰੇ ਤੇ ਵਾਪਸ ਆਈਏ, ਕਹਿੰਦੇ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਘੱਟ ਤੇ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਦੇ ਰਾਹੁਲ ਗਾਂਧੀ ਇੱਥੇ ਆ ਰਹੇ ਆ, ਤੇ ਉਹਨਾਂ ਨੂੰ ਡਰ ਇਹ ਵੀ ਹੈ ਕਿ ਕਿਤੇ ਸਿੱਧੂ ਖਿਸਕ ਨਾ ਜਾਵੇ, ਉਹਨੂੰ ਟਿਕਾਉਣ ਲਈ ਪੰਜਾਬ ਆ ਹੋ ਸਕਦਾ। ਕਿਉਂਕਿ ਉਹਨਾਂ ਦੇ ਮੈਂ ਜਿਹੜੇ ਇੰਚਾਰਜ ਨਵੇਂ ਬਣਾਏ ਨੇ ਮਿਸਟਰ ਹਰੀਸ਼ ਰਾਵਤ, ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਨੇ ਜਾਂ ਉਹਨਾਂ ਦੇ ਉਹ ਘਰ ਗਏ ਨੇ, ਤਾਂ ਇਹ ਵੀ ਨਜ਼ਰ ਆਉਂਦਾ ਵਾ ਕਿ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਕਿ ਅਸੀਂ ਸਾਰੀ ਕਾਂਗਰਸ ਪਾਰਟੀ ਨੂੰ ਰਾਹੁਲ ਦੀ ਦੌਰੇ ਦੇ ਦੌਰਾਨ
ਇੱਕ ਮੰਚ ਤੇ ਲੈ ਆਈਏ। ਸੋ ਆਪਣੀ ਪੋਲੀਟੀਕਲ ਸ਼ਾਖ ਨੂੰ ਵੀ ਵਧਾਉਣਾ ਚਾਹੁੰਦੇ ਨੇ, ਔਰ ਮੈਨੂੰ ਲੱਗਦਾ ਵਾ ਕਿ ਝੰਡੇ ਵੀ ਲਾਉਣਗੇ ਪੋਲੀਟੀਕਲ ਪਾਰਟੀਆਂ ਵਾਂਗੂ। ਤਾਂ ਫਿਰ ਉਹ ਇੱਕ ਪੋਲੀਟੀਕਲ ਪਾਰਟੀ ਦਾ ਕੀ ਕਹਿੰਦੇ ਹੁੰਦੇ ਆ ਕਿ ਇੱਕ ਵੋਟਾਂ ਤੱਕ ਸੀਮਿਤ ਪ੍ਰੋਗਰਾਮ ਰਹਿ ਜਾਵੇਗਾ। ਜਾਂ ਤਾਂ ਉਹ ਕਾਲੇ ਝੰਡੇ ਲੈਣ ਤੇ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਉਹਨਾਂ ਦੇ ਨਾਲ ਜਾ ਕੇ ਬੈਠੇ ਰਾਹੁਲ ਗਾਂਧੀ, ਦੈਟ ਵਿਲ ਸੈਂਡ ਅ ਬੈਟਰ ਮੈਸੇਜ। ਜਾਂ ਫਿਰ ਉਹ ਦਿੱਲੀ ਵਿੱਚ ਵੱਡੇ ਪੱਧਰ ਦੇ ਉੱਤੇ ਮੋਦੀ ਦਾ ਘਿਰਾਓ ਕਰਕੇ ਤੇ ਉੱਥੇ ਇੰਨਾ ਪ੍ਰੈਸ਼ਰ ਪਾ ਦੇਣ ਕਿ ਮੋਦੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ। ਤਾਂ ਅਸੀਂ ਸਮਝਾਂਗੇ ਕਿ ਕਾਂਗਰਸ ਨੇ ਆਊਟਪੁੱਟ ਕੀਤੀ ਹੈ। ਕੋਈ ਆਊਟਪੁੱਟ ਵੀ ਦਿਖਾਵੇ ਨਾ ਪਾਰਟੀ। ਤਾਂ ਮਾਰਚ ਕੱਢਤਾ, ਕਾਲੇ ਝੰਡੇ ਦਿਖਾਤੇ, ਟਰੈਕਟਰ ਤੇ ਚੜ੍ਹ ਗਏ, ਇਹ ਸਾਰੀ ਥੀਏਟਰਿਕਸ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਾਰਟੀਆਂ ਨੂੰ ਗਲਤਫਹਿਮੀ ਆ, ਲੋਕੀ ਸਮਝ ਰਹੇ ਨੇ ਜਿਹੜੇ ਜੋ ਕੁਝ ਕਰ ਰਹੇ ਨੇ, ਲੋਕਾਂ ਨੂੰ ਪਤਾ ਵਾ ਕਿ ਸਾਰਾ ਡਰਾਮਾ ਹੋ ਰਿਹਾ ਵਾ। ਮੈਂ ਫਿਰ ਕਹਿਣਾ ਚਾਹੁੰਦਾ ਵਾ ਕਿ ਜੇ ਅਸਲ ਕਿਸੇ ਨੇ ਸੰਘਰਸ਼ ਤੇ ਪ੍ਰੈਸ਼ਰ ਬਿਲਡ ਕੀਤਾ, ਉਹ ਕਿਸਾਨਾਂ ਨੇ ਕੀਤਾ ਵਾ, ਕਿਸਾਨ ਜਥੇਬੰਦੀਆਂ ਨੇ ਕੀਤਾ। ਤਾਂ ਇੱਕ ਸਾਡੇ ਸਰਦਾਰਾ ਸਿੰਘ ਜੌਹਰ ਹੋਰਾਂ ਦੇ ਨਾਲ ਇੰਟਰਵਿਊ ਹੋਈ ਸੀ। ਉਹ ਕਹਿੰਦੇ ਸਾਨੂੰ ਸੁਖਪਾਲ ਸਿੰਘ ਖਹਿਰਾ ਨੇ ਫੋਨ ਕੀਤਾ ਸੀ, ਪਰਮਿੰਦਰ ਸਿੰਘ ਢੀਂਡਸਾ ਵੀ ਸੀ, ਛੋਟੇਪੁਰ ਵੀ ਸੀ ਤੇ ਗਾਂਧੀ ਜੀ ਵੀ ਸੀ, ਇੱਕ ਹੋਰ ਉਹਨਾਂ ਲੀਡਰ ਦਾ ਨਾਮ ਲਿਆ ਸੀ। ਕਹਿੰਦੇ ਸਾਨੂੰ ਉਹਨਾਂ ਨੇ ਕਾਲ ਕੀਤੀ ਸੀ ਕਿ ਤੁਸੀਂ ਕਾਲ ਦਿਓ ਤੇ ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ, ਪਰ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਕੋਈ ਕੀਤਾ ਨਹੀਂ। ਨਹੀਂ, ਦੇਖੋ ਸਰਦਾਰਾ ਸਿੰਘ ਜੌਹਰ ਅੱਛੇ ਆਦਮੀ ਨੇ, ਇੱਕ ਸੁਲਝੇ ਹੋਏ ਔਰ ਖਾਸ ਤੌਰ ਤੇ ਐਗਰੇਰੀਅਨ ਇਕੋਨਮੀ ਨੂੰ ਇੱਕ ਸਮਝਣ ਵਾਲੇ ਮਾਹਰ ਨੇ। ਮੈਂ ਉਹਨਾਂ ਨੂੰ ਕਾਲ ਕੀਤੀ ਸੀ ਔਰ ਉਸ ਕਾਲ ਤੋਂ ਬਾਅਦ ਸਾਡੇ 2 MLA ਕੁਲੀਗਸ, ਸਰਦਾਰ ਕੰਵਰ ਸੰਧੂ ਜੀ MLA ਖਰੜ ਤੇ ਜਗਦੇਵ ਸਿੰਘ ਕਮਾਲੂ MLA ਮੌੜ, ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਆਏ ਨੇ। ਤਾਂ ਹੁਣ ਗੱਲ ਇਹ ਹੈਗੀ ਹੁੰਦੀ ਕਿ ਜਦੋਂ ਆਪਾਂ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਨਾ, ਉਦੋਂ ਕਈ ਗੱਲਾਂ ਆਪਣੀਆਂ ਛੱਡਣੀਆਂ ਪੈਂਦੀਆਂ ਤੇ ਦੂਜਿਆਂ ਦੀ ਮੰਨਣੀਆਂ ਪੈਂਦੀਆਂ। ਸਾਡੀ ਇਸ ਵਾਰਤਾ 'ਚੋਂ ਸਾਡੇ ਕੁਝ ਕੁਲੀਗਸ ਨੂੰ ਐਂ ਲੱਗਿਆ ਕਿ ਉਹ ਆਪਣੀਆਂ ਗੱਲਾਂ ਹੀ ਮਨਵਾਉਣਾ ਚਾਹੁੰਦੇ ਨੇ। ਇਹਦੇ ਬਾਵਜੂਦ ਮੈਂ ਉਹਨਾਂ ਦਾ ਰਿਗਾਰਡ ਕਰਦਾ ਵਾਂ, ਬਹੁਤ ਅੱਛੇ ਆਦਮੀ ਨੇ, ਵਿਦਵਾਨ ਨੇ। ਅਸੀਂ ਯਤਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਜਾਂ ਅਸੀਂ ਸਾਰੇ ਇਕੱਠੇ ਹੋ ਕੇ ਕੋਈ ਅੱਛਾ ਪਲੇਟਫਾਰਮ ਕ੍ਰੀਏਟ ਕਰੀਏ। ਦੇਖੋ ਅੱਜ ਸੁਖਵਿੰਦਰ ਜੀ, ਲੋੜ ਪਤਾ ਕਿਹੜੀ ਗੱਲ ਦੀ ਆ? ਲੋੜ ਹੈ ਅੱਜ ਇੱਕ ਰੀਜਨਲ ਫੋਰਸ ਦੀ, ਜਿਹੜੀ ਪੰਜਾਬ ਦੇ ਇਸ਼ੂਜ਼ ਦੇ ਸਹੀ ਮਾਇਨਿਆਂ 'ਚ ਪਹਿਰਾ ਦੇ ਸਕੇ। ਔਰ ਰੀਜਨਲ ਫੋਰਸ ਸਾਡੇ ਕੋਲ ਬਹੁਤ ਚੰਗੀ ਸੀ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮਾਂ ਪਾਰਟੀ ਸੀਗੀ। ਇਹ ਤਾਂ ਜਿੱਦਣ ਬਾਦਲ ਨੇ ਤੇ ਕਬਜ਼ਾ ਕਰਕੇ ਆਪਣੀ ਕਾਰਪੋਰੇਟ ਅਕਾਲੀ ਦਲ ਬਣਾ ਲਿਆ, ਉਦੋਂ ਮਰ ਗਏ ਸੀ। ਔਰ ਉਹਦਾ ਜਿਹੜਾ ਵੈਕਿਊਮ ਕ੍ਰੀਏਟ ਕੀਤਾ ਨਾ, ਤੁਸੀਂ ਦੇਖੋਗੇ ਉਹਦੇ 'ਚ ਐਂਟਰੀ ਝਾੜੂ ਵਾਲੀ ਪਾਰਟੀ ਨੂੰ ਹੋਈ, ਉਹਨਾਂ ਨੂੰ 19 ਵੋਟ ਮਿਲੀ। ਇਹ ਸਾਰੀ ਉਹਨਾਂ ਦੀ ਵੈਕਿਊਮ, ਉਹਨਾਂ ਦਾ ਇੱਕ ਸਪੇਸ ਕ੍ਰੀਏਟ ਕੀਤੀ ਪੋਲੀਟੀਕਲ। ਤੇ ਆਮ ਆਦਮੀ ਪਾਰਟੀ ਨੇ ਵੀ ਅਲਟੀਮੇਟਲੀ ਆਪਣਾ ਜਿਹੜਾ ਕਿਰਦਾਰ ਸੀਗਾ ਉਹ ਲੋਕਾਂ 'ਚ ਉਹੀ ਰੱਖਿਆ ਜਿਹੜੀਆਂ ਦੂਜੀਆਂ ਪਾਰਟੀਆਂ ਸੀ। ਇਸ ਕਰਕੇ ਅੱਜ ਵੀ ਲੋਕ ਇੱਕ ਸਹੀ ਬਦਲ ਚਾਹੁੰਦੇ ਨੇ, ਪਰ ਬਦਲ ਚਾਹੁੰਦੇ ਨੇ ਜਿਹੜਾ ਇੱਥੋਂ ਦੀ ਲੀਡਰਸ਼ਿਪ ਇੱਥੇ ਬਹਿ ਕੇ ਫੈਸਲੇ ਕਰੇ, ਨਾ ਕਿ ਦਿੱਲੀੋਂ ਆਪਣੀ ਪਾਰਟੀਆਂ ਨੂੰ ਚਲਾਉਣ ਦੇ ਹੁਕਮ ਲਵੇ। ਹੁਣ ਉਹਦੇ ਵਿੱਚ ਸਮਾਂ ਲੱਗ ਰਿਹਾ, ਉਹਦੇ 'ਚ ਕਈ ਵਿੱਚ ਜਿੱਦਾਂ ਕਰੋਨਾ ਹੀ ਆ ਗਿਆ 8-9 ਮਹੀਨੇ। ਸੋ ਮੈਂ ਪਹਿਲਾਂ ਵੀ ਯਤਨ ਕੀਤਾ ਵਾ, ਹੁਣ ਫਿਰ ਮੈਂ ਕਹਿਣਾ ਚਾਹੁੰਦਾ ਆਪਣੇ ਸਾਰੇ ਕੁਲੀਗਸ ਨੂੰ ਜਿਹੜੇ ਘੱਟੋ ਘੱਟ ਇਹਨਾਂ ਟ੍ਰੈਡੀਸ਼ਨਲ ਕਰਪਟ ਸਿਸਟਮ ਦੇ ਖਿਲਾਫ ਨੇ, ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਖਹਿਰਾ ਸਾਹਿਬ 2 ਸਕਰੀਨਸ਼ਾਟ ਨੇ ਤੁਹਾਡੇ ਲਈ, ਤੁਹਾਡੇ ਸੋਸ਼ਲ ਮੀਡੀਆ ਤੇ DSP ਬਲਵਿੰਦਰ ਸਿੰਘ ਸੇਖੋਂ ਨੇ ਕਮੈਂਟ ਕੀਤੇ ਸੀ। ਉਹ ਇੱਕ ਤਾਂ ਵਾਰ-ਵਾਰੀ ਕਰਕੇ ਮੈਂ ਉਹਨਾਂ ਦਾ ਜਵਾਬ ਲੈਣਾ ਚਾਹੂੰਗਾ। ਇੱਕ ਤਾਂ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਤੁਸੀਂ ਆਪਣਾ 30 ਸਾਲ ਦਾ ਜਿਹੜਾ ਪਰਿਵਾਰਕ ਜਿਹੜਾ ਪੂਰਾ ਰਾਜਨੀਤਿਕ ਕੈਰੀਅਰ ਹੈ, ਇੱਕ ਤਾਂ ਕਹਿੰਦੇ ਉਹ ਤੁਸੀਂ ਆਪਣਾ ਦੱਸ ਦਿਓ ਕਿ ਜਿਹੜੀ ਦੇਣ ਕੀ ਹੈ, ਕਿਉਂਕਿ ਤੁਸੀਂ ਉਹ ਲੈ ਰਹੇ ਹੋ, ਤਨਖਾਹ ਲੈ ਰਹੇ ਹੋ, ਟੈਕਸ ਦੇ ਵਿੱਚੋਂ ਲੈ ਰਹੇ ਹੋ। ਦੂਜਾ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਇੱਕ ਧੋਖਾ ਕੀਤਾ ਗਿਆ ਲੋਕਾਂ ਦੇ ਨਾਲ। ਜੇ ਤਾਂ ਕਹਿੰਦੇ ਖਹਿਰਾ ਸਾਹਿਬ ਨੂੰ ਜਾਂ ਹੋਰ ਲੀਡਰਾਂ ਨੂੰ ਪਤਾ, ਫਿਰ ਤਾਂ ਉਹ ਬਰਾਬਰ ਦੇ ਭਾਗੀਦਾਰ ਨੇ, ਕਿਉਂਕਿ ਆਵਾਜ਼ ਨਹੀਂ ਚੁੱਕੀ ਜਾ ਰਹੀ। ਪਰ ਉਹ ਕਹਿੰਦੇ ਜੇ ਅਗਲੇ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜਿਹੜਾ ਹੈਗਾ ਇਹ ਧੋਖਾ ਉਜਾਗਰ ਕਰਤਾ, ਤਾਂ ਫਿਰ ਕਿਰਪਾ ਕਰਕੇ ਉਹਦੇ ਤੇ ਸਿਆਸਤ ਨਾ ਕਰਨ। ਕਿਹੜਾ ਧੋਖਾ ਮੈਨੂੰ ਤਾਂ ਪਤਾ ਨਹੀਂਗਾ ਜੀ, ਕਿਹੜਾ ਧੋਖਾ ਕੀਤਾ ਜਿਹੜਾ ਉਹ ਗੱਲ ਕਿਸੇ ਜਾਂ ਤਾਂ ਪਤਾ ਲੱਗੇ ਨਾ ਕਿ ਕਿਹੜਾ। ਨਹੀਂ, ਮੈਨੂੰ ਨਹੀਂ ਉਹਨਾਂ ਦੇ, ਮੇਰੀ ਵੀ ਗੱਲ ਨਹੀਂ ਹੋਈ। ਮੈਂ ਸਕਰੀਨਸ਼ਾਟ ਮੈਂ ਦੇਖ ਰਿਹਾ ਸੀ, ਕੋਈ ਤੁਸੀਂ ਕਿਸੇ ਕਮੈਂਟ 'ਚ ਪੜਿਆ ਹੋਣਾ, ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜਾ ਧੋਖੇ ਦੀ ਗੱਲ। ਜਿਹੜਾ ਵੀ ਉਹ ਕੋਈ ਸ਼ੂਟ ਹੋਣਗੇ, ਅਸੀਂ ਕਿਸੇ ਦਾ ਵਿਰੋਧ ਥੋੜ੍ਹਾ ਕਰਦੇ। ਜੇ ਕੋਈ ਕਿਸੇ ਵੀ ਕਰਪਟ ਸਿਸਟਮ ਨੂੰ ਕੋਈ ਬੇਨਕਾਬ ਕਰ ਰਿਹਾ, ਮੈਂ ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ। ਹੁਣ ਸਾਡੇ 30 ਸਾਲ ਦੇ ਪਿਛੋਕੜ ਤੇ ਉਹ ਗਲਤ ਸਮਝ ਗਏ ਨੇ। ਮੇਰੇ ਪਿਤਾ ਜੀ ਵੀ ਇਸ ਪੁਲਿਸ ਦੀ DSP ਦੀ ਜੌਬ ਛੱਡ ਕੇ 1972 'ਚ ਪੋਲੀਟਿਕਸ 'ਚ ਆ ਗਏ ਸੀ। 48 ਸਾਲ ਹੋ ਗਏ ਨੇ। ਹੁਣ ਜਿਹੜਾ ਤਨਖਾਹ ਜਾਂ ਪੱਤੇ ਇਕੱਲਾ ਮੈਂ ਤਾਂ ਲੈ ਨਹੀਂ ਰਿਹਾ, 117 ਮੈਂਬਰਸ ਦਾ ਇੱਕ ਬਕਾਇਦਾ ਵਿਧਾਨ ਸਭਾ ਵਿੱਚ ਲਾਅ ਬਣਿਆ ਹੋਇਆ। ਵੈਸੇ ਸਾਰਿਆਂ ਲਈ ਹੈ। ਨਹੀਂ, ਉਹ ਫਿਰ ਦੇਖੋ ਗੱਲ ਇਹ ਆ ਕਿ ਜੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਕੁਝ ਗੱਲਾਂ ਇੰਨੀਆਂ ਇੰਪ੍ਰੈਕਟੀਕਲ ਕਰ ਰਹੇ ਨੇ ਲੋਕੀ। ਹੁਣ ਆਪ ਤਾਂ ਸਾਰੀ ਸਰਕਾਰੀ ਨੌਕਰੀ ਵਿੱਚ ਤਨਖਾਹ ਤੋਂ ਬਗੈਰ ਨੌਕਰੀ ਕੀਤੀ ਇਹਨਾਂ ਨੇ। ਇਸ ਕਰਕੇ ਇਹ ਜਿਹੜਾ ਕੰਮ ਹੈ, ਜਿੱਦਾਂ ਕੁਝ MLAs ਤਾਂ ਵੈਸੇ ਜੈਨੂਅਨਲੀ ਹੀ ਘਰੋਂ ਇੰਨੇ ਨਹੀਂ ਹੁੰਦੇ, ਉਹਨਾਂ ਨੂੰ ਸਪੋਰਟ ਚਾਹੀਦੀ ਆ।
ਪੋਲਿਟਿਕਸ ਨੂੰ ਚਲਾਉਣ ਵਾਸਤੇ ਸੁਖਵਿੰਦਰ ਜੀ ਇਹ ਕੋਈ ਫ੍ਰੀ ਫੰਡ ਦਾ ਥੋੜੋ ਆ। ਜੇ ਐਮਐਲਏ ਬਣ ਵੀ ਗਏ, ਇੱਕ ਮਿੰਟ ਲਈ ਲੈਟ ਮੀ ਟੈਲ ਯੂ, ਅੱਜ ਐਮਐਲਏ ਦੀ ਤਨਖਾਹ ਤਾਂ ਹੈਗੀ ਬਹੁਤ ਘੱਟ 25,000 ਰੁਪਈਆ, ਜਿਹੜੀ ਬੇਸਿਕ ਪੇ ਹੈ। ਉਸ ਤੋਂ ਬਾਅਦ ਪੱਤੇ ਪੁੱਤੇ ਤੇਲ ਤੂਲ ਦਾ ਖਰਚਾ ਮਿਲਾ ਕੇ ਲੱਖ ਸਵਾ ਲੱਖ ਰੁਪਏ ਤੋਂ ਥੱਲੇ ਐਮਐਲਏ ਨੂੰ ਮਿਲਦਾ ਇੱਕ ਮਹੀਨੇ ਦਾ। ਹੁਣ ਤੁਸੀਂ ਲਾ ਲਓ ਕਿ ਉਹਦੇ ਵਿੱਚ ਉਹਨੇ ਤੇਲ ਵੀ ਖਰਚਣਾ ਗੱਡੀਆਂ ਦਾ, ਉਹਨੇ ਆਪਣੇ ਜੋ ਖਰਚੇ ਨੇ ਰੂਟੀਨ ਵਿੱਚ ਬਤੌਰ ਫੰਕਸ਼ਨ ਕਰਨਾ ਲੋਕਾਂ ਨੂੰ। ਸਾਡੇ ਘਰ ਜਦੋਂ ਕੋਈ ਲੋਕ ਆਉਂਦੇ, ਹੁਣ ਮੈਂ ਉਹਨੂੰ ਬਿਨਾਂ ਕੋਈ ਆਓ ਭਗਤ ਤੋਂ ਬਿਨਾਂ ਚਾਹ ਪਾਣੀ ਕਿਸੇ ਖਵਾਏ ਪਿਆ ਤੋਂ ਥੋੜ੍ਹਾ ਤੋੜ ਦੇਣਾ। ਇਹਨਾਂ ਸਾਰੀਆਂ ਗੱਲਾਂ ਲਈ ਖਰਚੇ ਆਉਂਦੇ ਨੇ। ਔਰ ਇਸ ਤੋਂ ਇਲਾਵਾ ਜਦੋਂ ਅਸੀਂ ਪਿੰਡਾਂ 'ਚ ਜਾਂਦੇ, ਸਾਡੇ ਕੋਲ ਤਾਂ ਰੋਜ਼ ਮੰਗਣ ਵਾਸਤੇ ਬੈਠੇ ਲੋਕੀ, ਯੂਥ ਕਲੱਬਾਂ ਵਾਲੇ ਬੱਚੇ ਬੈਠੇ ਨੇ। ਗਰੀਬ ਦੀ ਸ਼ਾਦੀ ਹੋ ਗਈ, ਉਹ ਉਮੀਦ ਕਰਦਾ ਕਿ ਸਾਡੇ ਨੂੰ ਕੋਈ 1100 2100 5100 ਸ਼ਗਨ ਪਾ ਕੇ ਜਾਣਗੇ। ਸੋ ਦੇਅਰਫੋਰ ਆਪਾਂ ਲੈਟਸ ਟਾਕ ਜਿਹੜੀ ਗੱਲ ਹੋਣ ਯੋਗ ਹੈ। ਜੇ ਕੱਲ੍ਹ ਨੂੰ ਇਹ ਕਹਿ ਦਈਏ ਕਿ ਜੀ ਕੋਈ ਵੀ ਐਮਐਲਏ ਤੇ ਕੋਈ ਵੀ ਆਦਮੀ ਤਨਖਾਹ ਨਹੀਂ ਲਊਗਾ, ਇਜ਼ ਇਟ ਪੋਸੀਬਲ? ਬਹੁਤ ਸਾਰੇ ਗਰੀਬ ਆਦਮੀ ਜਿਹੜੇ ਫਿਰ ਤਾਂ ਉਹਨਾਂ ਨੂੰ ਵਾਂਝੇ ਕਰ ਦਿੱਤਾ ਨਾ, ਫਿਰ ਤਾਂ ਕਾਰਪੋਰੇਟ ਹੀ ਆਉਣਗੇ ਵਿੱਚ। ਸੁਖਬੀਰ ਆ ਨਹੀਂ ਸਕੇਗਾ ਸਿਆਸਤ। ਸੁਖਬੀਰ ਸਿੰਘ ਬਾਦਲ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ ਤਾਂ ਬਿਨਾਂ ਤਨਖਾਹ ਤੋਂ ਕੰਮ ਕਰ ਸਕਦੇ ਨੇ। ਵਾਈ ਡੂ ਯੂ ਐਕਸਪੈਕਟ ਕਿ ਸਾਰਿਆਂ ਦੇ ਬਲੈਂਕਟ ਬੈਨ ਕੀਤਾ ਜਾਵੇ? ਸਿੰਘ ਬਾਦਲ ਵੀ ਬਹੁਤ ਸਾਰੀਆਂ ਪੈਨਸ਼ਨਾਂ ਲੈ ਰਹੇ ਨੇ, ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਾਰੋਬਾਰ ਹੈ ਉਹਨਾਂ ਨੂੰ ਜ਼ਰੂਰਤ ਵੀ ਨਹੀਂ। ਮਲਟੀ ਟੈਨਿਓਰ ਪੈਨਸ਼ਨ ਖਤਮ ਹੋਣੀ ਚਾਹੀਦੀ। ਇੱਕ ਪੈਨਸ਼ਨ ਲਾ ਦੇਣ। ਪੈਨਸ਼ਨ ਵੀ ਕੀ ਮਾੜੀ ਗੱਲ ਹੈ? ਦੇਖੋ ਜੀ, ਇੱਕ ਆਦਮੀ ਨੇ 35-40 ਸਾਲ ਆਪਣੀ ਜ਼ਿੰਦਗੀ ਦਾ ਹਿੱਸਾ ਲਾ ਦਿੱਤਾ ਤੇ ਉਹਨੇ ਕਿਹੜਾ ਕੋਈ ਹੋਰ ਕੰਮ ਕਿਰਦਾਰ ਨਿਭਾਇਆ ਵਾ? ਤੇ ਜੇ ਉਹਨੂੰ ਇੱਕ ਪੈਨਸ਼ਨ ਦੇ ਜਾਣਗੇ, ਇੱਕ ਪੈਨਸ਼ਨ ਦੇ ਦਿਓ ਨਾ, ਜਿੱਦਾਂ ਤੁਸੀਂ ਸਰਕਾਰੀ ਮੁਲਾਜ਼ਮ ਨੂੰ ਇੱਕ ਪੈਨਸ਼ਨ ਦਿੰਦੇ, ਇੱਕ ਦੇ ਦਿਓ ਜਿਹੜੀ ਮਲਟੀ ਪੈਨਸ਼ਨ। ਬਟ ਕੁਛ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਮੈਂ ਸੁਣਦਾ ਦੇਖਦਾ ਰਹਿਣਾ, ਜਿਹੜੀ ਗੱਲ ਹੋਣ ਯੋਗ ਨਹੀਂ, ਉੱਤੇ ਜਿੰਨਾ ਮਰਜ਼ੀ ਸਿਰ ਖਪਾਈ ਕਰੀ ਚਲੋ। ਜਦੋਂ ਭਗਵੰਤ ਮਾਨ ਨੇ ਗ੍ਰਾਮ ਸਭਾ ਦਾ ਕਰਤਾ ਹੈ, ਜਿੰਨਾ ਮਰਜ਼ੀ ਸਿਰ ਖਪਾਈ ਕਰੀ ਚੱਲੇ, ਐਂਡ ਆਫ ਦਾ ਡੇ ਇਹ 100 ਗ੍ਰਾਮ ਸਭਾ ਦਾ ਮਤਾ ਨਹੀਂ ਦਿਖਾ ਸਕੂਗਾ ਆਪਾਂ ਨੂੰ। ਇਹ ਤਾਂ ਚਲੋ 100 ਗ੍ਰਾਮ ਸਭਾ ਦੀ ਤੁਸੀਂ ਗੱਲ ਕੀਤੀ ਆ, ਪਰ ਇਹ ਪ੍ਰੈਕਟੀਕਲੀ ਜੇ ਹੋ ਜਾਵੇ, ਮੰਨ ਲਓ ਇਹ ਹੱਲ ਹੋ ਸਕਦਾ ਇਸ ਤਰੀਕੇ ਦੇ ਨਾਲ? ਬਿਲਕੁਲ ਨਹੀਂ ਹੋ ਸਕਦਾ। ਜਦ ਦੇਸ਼ ਦੀ ਲੋਕ ਸਭਾ ਤੇ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ, ਉਹਨਾਂ ਨੇ ਬਾਈ ਮੈਜੋਰਿਟੀ ਲਾਅ ਪਾਸ ਕਰਤੇ ਆ, ਤੇ ਗ੍ਰਾਮ ਸਭਾ ਉਹਦੇ ਸਾਹਮਣੇ ਐਵੇਂ ਗੱਲਾਂ ਆ ਨਾ ਜੀ। ਗ੍ਰਾਮ ਸਭਾ ਨੂੰ ਤੁਸੀਂ ਐਂ ਕਰੋ, ਮੈਨੂੰ ਕਿਸੇ ਪਿੰਡ ਰੈਂਡਮਲੀ ਚਲ ਜਾਂਦੇ ਆ, ਕਿਸੇ ਸਰਪੰਚ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਕਿਸੇ ਲੋਕਲ ਸਰਕਾਰ ਦੇ ਖਿਲਾਫ ਮਤਾ ਪਾਸ, ਡੀਸੀ ਦੇ ਖਿਲਾਫ ਵੀ ਮਤਾ ਪਾਸ ਕਰਕੇ ਦਿਖਾ ਦਿਓ ਮੈਨੂੰ। ਮੰਨਣਾ ਹੀ ਨਹੀਂ ਕਿਸੇ ਨੇ, ਉਹਨਾਂ ਦੇ ਅਫਸਰ ਹੀ ਨਹੀਂ ਮੰਨਣਗੇ। ਉੱਥੇ ਜਿਹੜੇ BDO ਤੇ ਪੰਚਾਇਤ ਸੈਕਟਰੀ, ਅਵਲ ਤਾਂ ਬਹੁਤੇ ਸਰਪੰਚਸ ਨੂੰ ਕੰਟਰੋਲ ਹੀ ਪੰਚਾਇਤ ਸੈਕਟਰੀ ਕਰੀ ਜਾਂਦੇ ਨੇ। ਸਮਝ ਨਹੀਂ ਆਇਆ ਲੋਕਾਂ ਨੂੰ, ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਬਾਰੇ। ਦੇਖੋ, ਇੱਕ ਹੁੰਦਾ ਵਾ ਕਿ ਸੰਵਿਧਾਨ ਵਿੱਚ ਇੱਕ ਲਾਈਨ ਪਾਤੀ, ਇੱਕ ਹੈਗਾ ਉਹਨੂੰ ਇੰਪਲੀਮੈਂਟ ਕਰਨਾ। ਤੁਸੀਂ ਮੈਨੂੰ ਦੱਸ ਦਿਓ, ਪਿਛਲੇ 72 ਸਾਲਾਂ ਵਿੱਚ ਕਿਹੜੀ ਗ੍ਰਾਮ ਸਭਾ ਨੇ ਕਾਨੂੰਨ ਉਲਟਾਇਆ? ਜ਼ਰਾ ਦੱਸਿਓ। ਕਾਨੂੰਨ ਪਹਿਲੀ ਵਾਰੀ ਤਾਂ ਨਹੀਂ ਉਲਟ ਬਣਿਆ। ਐਮਰਜੈਂਸੀ ਨਾਲੋਂ ਵੱਡਾ ਕਾਨੂੰਨ ਤਾਂ ਨਹੀਂ ਹੋ ਸਕਦਾ ਕਿ ਸਾਰੀਆਂ ਜਿਹੜੀਆਂ ਹੈਗੀਆਂ ਜਿਹੜਾ ਮੀਡੀਆ ਨੂੰ ਬਿਲਕੁਲ ਬਲੈਂਕਟ ਬੈਨ ਕਰਤਾ ਸੀਗਾ। ਉਸ ਤਰ੍ਹਾਂ ਦੇ ਕਿੰਨੇ ਲੋਕਾਂ ਦੇ ਉਦੋਂ ਫੜ ਕੇ ਅੰਦਰ ਜੇਲ੍ਹਾਂ 'ਚ ਦੇ ਦਿੱਤਾ ਕਿ ਗ੍ਰਾਮ ਸਭਾ ਉਸ ਨੂੰ ਅਪਸੈਟ ਗੁੰਮਰਾਹ ਕੀਤਾ ਜਾ ਰਿਹਾ। ਦੇਖੋ, ਮੇਰੇ ਹਿਸਾਬ ਦੇ ਨਾਲ ਕੋਈ ਨਾ ਕੋਈ ਚੀਜ਼ ਤੁਸੀਂ ਫੜ ਲਈ, ਚਲੋ ਮੰਨ ਲਿਆ ਇੱਕ ਮਿੰਟ ਵਾਸਤੇ, ਉਸ ਨੂੰ ਤੁਸੀਂ ਪ੍ਰੋਪੀਗੇਟ ਕਰ ਰਹੇ, ਪਰ ਉਹਦਾ ਨਤੀਜਾ ਕੋਈ ਨਹੀਂ ਗਾ। ਗੱਲ ਉਹ ਕਰੋ ਜਿਹੜੀ ਕਿਸੇ ਲੌਜੀਕਲ ਕੰਕਲੂਜਨ ਦਾ ਕੋਈ ਸੋਲੂਸ਼ਨ ਬਣ ਸਕੇ। ਫਾਇਦਾ ਤਾਂ ਹੋਣਾ। ਦੇਖੋ ਅੱਜ ਵੀ ਕੀ ਹੋ ਰਿਹਾ ਵਾ ਕਿ ਪੰਜਾਬ ਦੀ ਲਾ ਲਓ ਤੁਸੀਂ, ਇੱਥੇ ਬਾਦਲ ਹੋਣਾ ਨੇ ਐਜੀਟੇਸ਼ਨਾਂ ਤਾਂ ਬੜੀਆਂ ਸ਼ੁਰੂ ਕੀਤੀਆਂ, ਪਰ ਉਹਦੇ ਕੋਈ ਨਤੀਜਾ ਨਾ ਨਿਕਲ ਸਕਿਆ। ਲੀਡਰ ਉਹ ਹੁੰਦਾ ਜਿਹੜਾ ਕੋਈ ਨਤੀਜਾ ਵੀ ਕੱਢ ਸਕੇ। ਮੈਂ ਇੱਕ ਮਿਸਾਲ ਦੇ ਦਿੰਦਾ, ਨੈਲਸਨ ਮੰਡੇਲਾ। ਉਹ ਇੱਕ ਇੱਦਾਂ ਦਾ ਜੁਝਾਰੂ ਆਗੂ ਹੋਇਆ ਸਾਊਥ ਅਫਰੀਕਾ ਦਾ, ਜਿਹਨੇ ਸਹੀ ਮਾਇਨਿਆਂ ਵਿੱਚ 27 ਸਾਲ ਜੇਲ੍ਹ ਵੀ ਕੱਟੀ, ਸੰਘਰਸ਼ ਕੀਤਾ, ਪਰ ਆਪਣੀ ਐਜੀਟੇਸ਼ਨ ਉਦੋਂ ਖਤਮ ਕੀਤੀ ਜਿੱਦਣ ਉਹਨੇ ਗੋਰਿਆਂ ਤੋਂ ਸਾਊਥ ਅਫਰੀਕਾ ਨੂੰ ਆਜ਼ਾਦ ਕਰਾ ਕੇ ਇੱਕ ਨਵਾਂ ਦੇਸ਼ ਬਣਾ ਲਿਆ। ਇਹਨੂੰ ਕਹਿੰਦੇ ਨੇ ਲੀਡਰ, ਉਹਦੀ ਪ੍ਰਾਪਤੀ ਹੈ ਇੱਕ। ਔਰ 5 ਸਾਲ ਰਾਜ ਕੀਤਾ, ਫਿਰ ਉਹਨੇ ਕਿਹਾ ਮੈਂ ਹੁਣ ਓਲਡ ਹੋ ਗਿਆ ਵਾਂ। ਉਹਨੇ ਆਪਣੇ ਨੈਕਸਟ ਜਨਰੇਸ਼ਨ ਦੇ ਲੀਡਰਸ ਨੂੰ ਆਪਣਾ ਰਾਜ ਭਾਗ ਦੇ ਕੇ ਆਪ ਆਪਣੇ ਘਰ ਰਿਟਾਇਰ ਹੋ ਗਿਆ। ਸੋ ਦੀਸ ਆਰ ਸਟਾਲਵਰਟ ਲੀਡਰਸ, ਜਿਹਨੂੰ ਕਹਿੰਦੇ ਨਾ ਸਟੇਟਸਮੈਨ ਲੀਡਰਸ। ਜਿਹੜਾ ਲੀਡਰ ਉਹ ਹੁੰਦਾ ਜਿਹੜਾ ਇਹ ਭਵਿੱਖ ਦੇਖ ਸਕੇ ਕਿ ਮੈਂ ਅਗਲੇ 10 ਸਾਲ ਵਿੱਚ ਮੇਰੀ ਸਟੇਟ ਜਾਂ ਮੇਰਾ ਦੇਸ਼ ਕਿੱਧਰ ਨੂੰ ਜਾ ਰਿਹਾ, ਇਹ ਠੀਕ ਦਿਸ਼ਾ ਵਿੱਚ ਜਾ ਰਿਹਾ, ਇਹਨੂੰ ਠੀਕ ਕਰਨ ਦੀ ਲੋੜ ਹੈ, ਇਹਨੂੰ ਰੋਕਣ ਦੀ ਲੋੜ ਹੈ। ਸਾਡੇ ਤਾਂ ਜਿਹੜਾ ਸਾਰਾ ਘਟਨਾਕ੍ਰਮ ਹੈ ਨਾ, ਉਹ 5-5 ਸਾਲ ਦੀ ਰਾਜਨੀਤੀ ਨੂੰ ਦੇਖ ਕੇ ਸਾਰੀਆਂ ਸਕੀਮਾਂ ਨੇ। ਵੋਟ ਲੈਣੀ ਕਿੱਦਾਂ ਲੈਣੀ ਆ, ਕਿਹੜੀ ਸਕੀਮ ਬਣਾਉਣੀ ਆ, ਕਿੱਥੇ ਪਾਉਣੀ, ਉਹਨਾਂ ਨੂੰ ਕਿਸੇ ਦੇਸ਼ ਨਾਲ ਨਹੀਂ ਮਤਲਬ, ਕਿਸੇ ਸੂਬੇ ਨਾਲ ਨਹੀਂ ਮਤਲਬ। ਦੇ ਆਰ ਓਨਲੀ ਕੰਸਰਨਡ ਅਬਾਊਟ ਸ਼ਾਰਟ ਟਰਮ ਪੋਲਿਟਿਕਸ ਆਫ ਵਿਨਿੰਗ ਐਨ ਇਲੈਕਸ਼ਨ ਐਂਡ ਮੇਕਿੰਗ ਲੋਟ ਆਫ ਮਨੀ ਆਊਟ ਆਫ ਇਟ। ਲੀਡਰ ਦੀ ਤੁਸੀਂ ਗੱਲ ਕੀਤੀ ਹੈ, ਜਥੇਬੰਦੀਆਂ ਜਿਹੜੀਆਂ 31 ਜਥੇਬੰਦੀਆਂ ਸੀਗੀਆਂ, ਕਿਸਾਨ ਜਥੇਬੰਦੀਆਂ, ਉਹ ਵੀ ਇਕੱਠੀਆਂ ਹੋ ਗਈਆਂ ਨੇ, ਸਿੰਗਰ ਵੀ ਸਾਰੇ ਇਕੱਠੇ ਹੋ ਗਏ ਨੇ। ਲੀਡਰ ਜਾਂ ਰਾਜਨੀਤੀ ਪਾਰਟੀਆਂ ਇੱਕ ਮੰਚ ਤੇ ਕਿਉਂ ਨਹੀਂ ਆ ਰਹੀ? ਬਸ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹਨਾਂ ਵਿੱਚ ਆਪਸ ਵਿੱਚ ਕਿੰਨੇ ਡਿਫਰੈਂਸਿਸ ਨੇ, ਕਿੰਨਾ ਵੋਟਾਂ ਨੂੰ ਲੈ ਕੇ ਲਾਲਚ ਆ, ਕਿੰਨਾ ਸਰਕਾਰਾਂ ਬਣਾਉਣ ਦਾ ਚੱਕਰਵਿਊਹ ਹੈਗਾ, ਤਾਂ ਹੀ ਉਹ ਨਹੀਂ ਨਾ ਇਕੱਠੇ ਹੋ ਰਹੇ। ਜੇ 30 ਕਿਸਾਨਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਤੇ ਪੋਲੀਟੀਕਲ ਪਾਰਟੀ, ਅੱਜ ਵੈਸੇ ਤੁਹਾਡੀ ਗੱਲ ਨੂੰ ਮੈਂ ਗੱਲ ਸਮਝਦਾ ਵਾਂ ਕਿ
ਚਲੋ ਬੀਜੇਪੀ ਨੂੰ ਤਾਂ ਅਸੀਂ ਉਹ ਕਾਨੂੰਨ ਬਣਾਉਣ ਵਾਲੇ ਨੇ, ਤੇ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਸੀ, ਜੇ ਪੰਜਾਬ ਦਾ ਹਿੱਤ ਉਹਨਾਂ ਨੂੰ ਸਹੀ ਨਜ਼ਰ ਆ ਰਿਹਾ ਸੀਗਾ। ਹੁਣ ਸਾਰੇ ਡਫਲੀ ਦਾ ਆਪਣੀ ਆਪਣੀ ਲਹਿਦਾ ਵਜਾ ਰਹੇ ਨੇ। ਝਾੜੂ ਕਹਿੰਦਾ ਜੀ ਮੈਂ ਇਹ ਵੀ ਟਰੈਕਟਰ ਤੇ ਚੜ੍ਹ ਹਟੇ ਨੇ ਇੱਕ ਦਿਨ, ਹੈ ਹੁਣ ਰਾਹੁਲ ਕਹਿੰਦਾ ਮੈਂ ਟਰੈਕਟਰ ਤੇ ਚੜ੍ਹਨਾ ਵਾਂ, ਜਾਂ ਸੁਖਬੀਰ ਸਿੰਘ ਕਹਿੰਦਾ ਜੀ ਮੈਂ ਟੈਂਪੂ ਤੇ ਚੜ੍ਹਨਾ ਵਾਂ। ਸੋ ਡਫਲੀ ਦਾ ਲਹਿਦਾ ਵਜਾ ਰਹੇ ਨੇ ਨਾ, ਇਹਨਾਂ ਨੂੰ ਕੋਈ ਪੰਜਾਬ। ਨਵਜੋਤ ਸਿੰਘ ਸਿੱਧੂ ਨੇ ਜਿੱਦਣ ਰੋਡ ਸ਼ੋਅ ਕੀਤਾ, ਉਹਨਾਂ ਦੇ ਕੋਲ ਨਾ ਤਾਂ ਆਪਣਾ ਕੋਈ ਝੰਡਾ ਸੀ, ਨਾ ਕੋਈ ਆਪਣੀ ਪਾਰਟੀ ਦਾ ਕੋਈ ਝੰਡਾ ਸੀ, ਉਹਨਾਂ ਨੇ ਬਿਨਾਂ ਝੰਡੇ ਤੋਂ ਕੀਤਾ, ਬਾਕੀ ਸਾਰੀਆਂ ਪਾਰਟੀਆਂ ਝੰਡੇ। ਇਹ ਚਾਹੀਦਾ ਇਸ ਤਰੀਕੇ ਨਾਲ ਸੀਗਾ ਕਿ ਪੋਲੀਟੀਕਲ ਪਾਰਟੀਆਂ ਆਪਣੇ ਝੰਡਿਆਂ ਨੂੰ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਦੇ ਨਾਲ ਮੱਦੇ ਨਜ਼ਰ ਰੱਖਦੇ, ਉਹਨਾਂ ਨੂੰ ਪਾਸੇ ਰੱਖ ਦਿੰਦੇ, ਤੇ ਕਿਸਾਨਾਂ ਵੱਲੋਂ ਕੀਤੇ ਗਏ ਸੰਘਰਸ਼ ਨੂੰ ਕਹਿੰਦੇ ਵੀ ਆਓ ਵੀ ਤਗੜੇ ਹੋ ਕੇ ਤੁਸੀਂ ਲੱਗੋ ਅੱਗੇ, ਅਸੀਂ ਸਾਰੇ ਤੁਹਾਡੇ ਨਾਲ ਆ। ਇਹ ਚਾਹੀਦਾ, ਇਹ ਸਪਿਰਿਟ ਚਾਹੀਦੀ ਸੀਗੀ, ਲੇਕਿਨ ਉਹ ਸਪਿਰਿਟ ਹੈ ਨਹੀਂ ਗੀ। ਸਭ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਜੀ। ਤਾਂ ਇਹ ਸਨ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ, ਜੋ ਕਿ ਕਹਿੰਦੇ ਨੇ ਕਿ ਵੱਖ-ਵੱਖ ਪਾਰਟੀਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਜਿਸ ਤਰੀਕੇ ਦੇ ਨਾਲ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਜਾਣ ਤੇ ਸਾਰੇ ਜਿਹੜੇ ਹੈਗੇ ਆ ਕਿਸਾਨ ਜਥੇਬੰਦੀਆਂ, ਗਾਇਕ, ਪੰਜਾਬ ਇੱਕ ਮੰਚ ਤੇ ਇਕੱਠਾ ਹੋ ਜਾਵੇ, ਤਾਂ ਜਿਹੜਾ ਹੈਗਾ ਇਸ ਕਾਨੂੰਨ ਨੂੰ ਵਾਪਸ ਕਰਨ ਦੇ ਲਈ ਸਹਾਈ ਹੋ ਸਕਦਾ ਹੈ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ ਟੀਵੀ, ਚੰਡੀਗੜ੍ਹ।